ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਜਿਸ ਤਰ੍ਹਾਂ ਯੂਕੇ, ਯੂਰਪ ਅਤੇ ਹੋਰ ਸਾਰੇ ਹੀ ਦੇਸ਼ਾਂ ਵਿੱਚ ਜਿੱਥੇ ਜਿੱਥੇ ਵੀ ਆਪ ਸਕਾਈ ਚੈਨਲ 772 ਦੇ ਜ਼ਰੀਏ, ਕਾਂਛੀ ਟੀਵੀ ਦੇ ਜ਼ਰੀਏ, ਲੋਟਸ ਟੀਵੀ ਵੇਖ ਰਹੇ ਹੋ। ਲੋਟਸ ਟੀਵੀ ਜੋ ਕਿ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਦਾ ਸਥਾਪਿਤ ਕੀਤਾ ਗਿਆ ਮੀਡੀਆ ਵਿੰਗ ਹੈ, ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਜਿਸ ਤਰ੍ਹਾਂ ਕੋटि कोटि प्रणाम विश्व रतन बाबा साहब डॉक्टर भीम राव अंबेडकर, कोटि कोटि प्रणाम तथागत बुद्ध ते उन्हां दे धम्म नूं। जिस तरह भली भांति जानते हो, बाबा साहब डॉक्टर भीम राव अंबेडकर उन्हां दे कारवे दी गल, उन्हां दी जिंदगी दे फलसफे दी गल ते उन्हां दे समाज दी गल, तथागत बुद्ध अते उन्हां दे धम्म दी गल करदे हां। अज भी बाबा साहब दे जीवन ਦੇ ਨਾਲ, ਬਾਬਾ ਸਾਹਿਬ ਦੇ ਸਮਾਜ ਦੇ ਨਾਲ ਸੰਬੰਧਿਤ ਹੀ ਪ੍ਰੋਗਰਾਮ ਜੋ ਉਲੀਕਿਆ ਜਾਵੇਗਾ। ਸਭ ਤੋਂ ਪਹਿਲੇ ਅੱਜ ਜਿਸ ਤਰ੍ਹਾਂ 15 ਮਾਰਚ ਨੂੰ ਸਾਡੇ ਬਹੁਤ ਹੀ ਇੱਕ ਕੌਮ ਦੇ ਮਸੀਹਾ ਕਹਿ ਸਕਦੇ ਹਾਂ, ਮਾਨਵੀय ਕਾਂਛੀ ਰਾਮ ਜੀ, ਉਹਨਾਂ ਦਾ 15 ਮਾਰਚ ਨੂੰ ਜਨਮ ਦਿਨ ਸੀ। ਸਾਰੇ ਹੀ ਸੰਸਾਰ ਭਰ ਨੂੰ ਉਹਨਾਂ ਦੇ ਜਨਮ ਦਿਨ 'ਤੇ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਨਮਨ ਕਰਦੇ ਹਾਂ ਕਿ ਬਾਬਾ ਸਾਹਿਬ ਦੇ ਕਾਰਵੇ ਨੂੰ ਉੱਥੋਂ ਜਿੱਥੋਂ ਬਾਬਾ ਸਾਹਿਬ ਛੱਡ ਕੇ ਗਏ ਉੱਥੋਂ ਫੜ ਕੇ ਇੱਕ ਕਦਮ ਗਾਹਾਂ ਤੱਕ ਵਧਾਉਣ ਵਿੱਚ ਮਾਨਵੀय ਕਾਂਛੀ ਰਾਮ ਜੀ ਦਾ ਹੀ ਹੱਥ ਹੈ ਤੇ ਬਾਬਾ ਸਾਹਿਬ ਦੇ ਫਲਸਫੇ ਨਾਲ ਸਾਰਿਆਂ ਨੂੰ ਮੁੜ ਕੇ ਜੋੜਨਾ ਵੀ ਮੰਨਿਆ ਜਾਂਦਾ ਹੈ। ਉਸ ਦੇ ਨਾਲ ਨਾਲ ਅੱਜ ਜਿਸ ਤਰ੍ਹਾਂ ਸੰਸਾਰ ਭਰ ਵਿੱਚ ਮਦਰਸ ਡੇ ਮਨਾਇਆ ਜਾ ਰਿਹਾ ਹੈ, ਮਦਰਸ ਡੇ ਸਾਰੇ ਹੀ ਸੰਸਾਰ ਦੀਆਂ ਮਾਵਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ, ਵਧਾਈਆਂ ਦਿੰਦੇ ਹਾਂ ਕਿ ਅਗਰ ਸੰਸਾਰ ਦੇ ਵਿੱਚ ਅਸੀਂ ਸਾਰੇ ਹਾਂ ਤੇ ਮਾਵਾਂ ਦੇ ਕਰਕੇ ਹੀ ਹਾਂ ਤੇ ਸਾਰੇ ਸੰਸਾਰ ਦੀਆਂ ਮਾਵਾਂ ਨੂੰ ਤਥਾਗਤ ਬੁੱਧ ਦੇ ਧੰਮ ਦੇ ਅਨੁਕੰਮਾਂ ਨਾਲ ਇਹੀ ਕਾਮਨਾ ਕਰਦੇ ਹਾਂ ਕਿ ਉਹ ਠੀਕ ਰਹਿਣ, ਖੁਸ਼ ਰਹਿਣ ਤੇ ਸਾਰੀਆਂ ਹੀ ਮਾਵਾਂ ਨੂੰ ਉਹਨਾਂ ਦੇ ਆਰ ਪਰਿਵਾਰ ਤੇ ਉਹਨਾਂ ਦੇ ਬੱਚਿਆਂ ਤੋਂ ਬਹੁਤ ਹੀ ਸਨੇਹ ਪਿਆਰ ਮਿਲੇ ਤੇ ਇੱਜ਼ਤ ਦੇ ਨਾਲ ਜਿਸ ਤਰ੍ਹਾਂ ਦੇ ਰਸਤੇ ਤੇ ਉਹ ਚੱਲਦੀਆਂ ਹਨ ਉਹਨਾਂ ਨੂੰ ਸਹਿਯੋਗ ਮਿਲੇ। ਤੇ ਮਾਵਾਂ ਬਹੁਤ ਹੀ ਮਹੱਤਵਪੂਰਨ ਸ਼ਬਦ ਹੈ। ਬੱਚਾ ਜਨਮ ਤੋਂ ਪਹਿਲਾਂ ਮਾਂ ਹੀ ਕਹਿਣ ਤੇ ਇੱਕ ਉਸ ਦੀ ਕੋਸ਼ਿਸ਼ ਹੁੰਦੀ ਹੈ, ਪਹਿਲਾ ਲਫ਼ਜ਼ ਸ਼ਾਇਦ ਮਾਂ ਹੀ ਕਹਿੰਦਾ ਹੈ। ਤੇ ਸਾਰੇ ਸੰਸਾਰ ਭਰ ਦੀਆਂ ਮਾਵਾਂ ਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਤੇ ਕਾਮਨਾ ਕਰਦੇ ਹਾਂ ਕਿ ਸਾਰਿਆਂ ਨੇ ਹੀ ਆਪਣੇ ਪਰਿਵਾਰ ਦੇ ਵਿੱਚ ਸਾਰੀਆਂ ਹੀ ਮਾਵਾਂ ਨੂੰ ਇੰਨਾ ਹੀ ਸਨੇਹ ਪਿਆਰ ਮਿਲਿਆ ਹੋਵੇਗਾ। ਉਸ ਦੇ ਨਾਲ ਨਾਲ ਸਾਡੇ ਬਹੁਤ ਹੀ ਖਾਸ ਕਰਕੇ ਲੋਟਸ ਟੀਵੀ ਦੇ ਤੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਬਹੁਤ ਹੀ ਅੱਛੇ ਸਪੋਰਟਿਵ ਸਾਥੀ ਹਨ। ਆਦਰਣੀਏ ਫਕੀਰ ਚੰਦ ਚੌਹਾਨ ਜੀ, ਕੱਲ੍ਹ ਉਹਨਾਂ ਦਾ ਸਪੈਸ਼ਲ ਜਨਮ ਦਿਨ ਸੀ, 80 ਸਾਲ ਦੇ ਹੋ ਗਏ ਹਨ। ਬੁੱਧ ਧੰਮ ਸੰਘ ਦੀ ਅਨੁਕੰਮਾ ਨਾਲ ਉਹਨਾਂ ਦੇ ਵੀ ਖੁਸ਼ੀ ਤੇ ਨਿਰੋਗੀ ਰਹਿਣ ਦੀ ਕਾਮਨਾ ਕਰਦੇ ਹਾਂ ਤੇ ਤਥਾਗਤ ਬੁੱਧ ਦੀ ਅਨੁਕੰਮਾ ਨਾਲ ਉਹਨਾਂ ਨੂੰ ਇਸੇ ਤਰ੍ਹਾਂ ਨਿਰੋਗੀ ਰਹਿਣ ਦੀ ਕਾਮਨਾ ਕਰਦੇ ਹਾਂ ਤੇ ਲੋਟਸ ਟੀਵੀ ਦੀ ਸਾਰੀ ਹੀ ਟੀਮ ਵੱਲੋਂ ਤੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਸਾਰੇ ਹੀ ਮੈਂਬਰਾਂ ਵੱਲੋਂ ਉਹਨਾਂ ਨੂੰ ਜਨਮ ਦਿਨ ਤੇ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਤੇ ਜਿਸ ਤਰ੍ਹਾਂ ਸਾਡੇ ਸੁਰਿੰਦਰ ਝੱਲੀ ਜੀ ਹਨ, ਉਹਨਾਂ ਨੂੰ ਵੀ ਫਕੀਰ ਚੰਦ ਚੌਹਾਨ ਜੀ ਦੇ ਜਨਮ ਦਿਨ ਤੇ ਵਧਾਈਆਂ ਦਿੰਦੇ ਹਾਂ ਤੇ ਇਹੀ ਕਾਮਨਾ ਕਰਦੇ ਹਾਂ ਕਿ ਇਸੇ ਤਰ੍ਹਾਂ ਖੁਸ਼ੀ ਤੇ ਨਿਰੋਗੀ ਰਹਿਣ। ਤੇ ਅੱਜ ਜੋ ਹੈ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਇਹਨਾਂ ਜੋ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਮਾਨਵੀय ਬਾਬੂ ਕਾਂਛੀ ਰਾਮ ਜੀ ਦਾ ਜੋ ਜਨਮ ਦਿਨ ਦੇ ਸੰਬੰਧ ਵਿੱਚ ਅੱਜ ਪ੍ਰੋਗਰਾਮ ਲਿਖਿਆ ਗਿਆ ਹੈ। ਤੋਂ ਮੇਰਾ ਸਾਥ ਦੇਣ ਦੇ ਲਈ ਸਟੂਡੀਓ ਦੇ ਵਿੱਚ ਸਾਡੇ ਬਹੁਤ ਹੀ ਆਦਰਣੀय ਸਾਥੀ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਵੀ ਹਨ। ਆਪ ਸਭ ਉਹਨਾਂ ਤੋਂ ਜਾਣੂ ਹੋ ਤੇ ਗੱਲ ਕਰ ਰਹੀ ਹਾਂ ਲੇਖਰਾਜ ਜੱਖੂ ਜੀ ਦੀ। ਲੇਖਰਾਜ ਜੱਖੂ ਜੀ, ਅੱਜ ਖਾਸ ਮੌਕੇ ਤੇ ਲੋਟਸ ਟੀਵੀ ਤੇ ਫਿਰ ਇੱਕ ਵਾਰ ਤੁਹਾਡਾ ਨਿੱਘਾ ਸਵਾਗਤ ਹੈ। ਥੈਂਕ ਯੂ ਮੈਡਮ ਰੇਖਾ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਲੋਟਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਮੋ ਬੁੱਧਾ, ਜੈ ਭੀਮ, ਜੈ ਪ੍ਰਬੁੱਧ ਭਾਰਤ। ਤੇ ਜਿਸ ਤਰ੍ਹਾਂ ਬਹੁਤ ਬਹੁਤ ਧੰਨਵਾਦ ਜੱਖੂ ਸਾਹਿਬ ਅੱਜ ਸਮਾਂ ਕੱਢਣ ਦੇ ਲਈ। ਤੋਂ ਹਮੇਸ਼ਾ ਜਿਸ ਤਰ੍ਹਾਂ ਆਪਣੇ ਰਹਿਬਰਾਂ ਦੀ ਗੱਲ ਕਰਦੇ ਹਾਂ, ਉਹਨਾਂ ਰਹਿਬਰਾਂ ਦੀ ਜਿਨ੍ਹਾਂ ਨੇ ਸਮਾਜ ਦੀ ਬਾਂਹ ਫੜੀ, ਸਮਾਜ ਦੇ ਕਲਿਆਣ ਦੇ ਕੰਮ ਕੀਤੇ, ਤੋਂ ਬਾਬਾ ਸਾਹਿਬ ਦੇ ਕਾਰਵੇ ਦਾ ਹਿੱਸਾ ਬਣੇ। ਤੇ ਇਸੇ ਤਰ੍ਹਾਂ ਸਾਡੇ ਮਾਨਵੀय ਬਾਬੂ ਕਾਂਛੀ ਰਾਮ ਜੀ, ਜਿਨ੍ਹਾਂ ਨੇ ਕਿ ਵਾਕਿਆ ਹੀ ਜਦੋਂ ਬਾਬਾ ਸਾਹਿਬ ਨੂੰ ਸਮਝ ਲਿਆ ਤੇ ਕਿਸ ਤਰ੍ਹਾਂ ਬਾਬਾ ਸਾਹਿਬ ਦੇ ਕੰਮਾਂ ਨੂੰ ਉਹਨਾਂ ਨੇ ਆਪਣੇ ਜ਼ਿੰਦਗੀ ਦੇ ਨਾਲ ਜੋੜਿਆ ਤੇ ਕਿਸ ਤਰ੍ਹਾਂ ਉਹਨਾਂ ਦਾ ਜਨਮ ਹੋਇਆ ਤਾਂ ਕਿੱਥੋਂ ਉਹਨਾਂ ਨੂੰ ਬਾਬਾ ਸਾਹਿਬ ਦੀ ਲਗਨ ਲੱਗੀ
ਤੇ ਇਸ ਦੇ ਬਾਰੇ ਚਰਚਾ ਕਰਾਂਗੇ। ਉਸ ਤੋਂ ਪਹਿਲੇ ਅਸੀਂ ਆਪਣੇ ਟੈਕਨੀਸ਼ੀਅਨ ਸਾਹਿਬਾਨ ਨੂੰ ਬੇਨਤੀ ਕਰਾਂਗੇ ਕਿ ਮਾਨਵੀय ਬਾਬੂ ਕਾਂਸ਼ੀ ਰਾਮ ਜੀ ਦੀ ਜ਼ਿੰਦਗੀ ਨਾਲ ਸੰਬੰਧਿਤ ਇੱਕ ਜੋ ਗੀਤ ਹੈ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕੀਤਾ ਜਾਵੇ। 15 मार्च सन 34 में 15 मार्च सन 34 में ख्वास पूरा रहेगा। 15 मार्च सन 34 में ख्वास पूरा रहेगा। बहुजन नायक मान्यवर जन्मे काशी राम। बहुजन नायक मान्यवर जन्मे काशी राम। हरि सिंह ने मिले बधाई, सबके घर में खुशियाँ छाई। हरि सिंह ने मिले बधाई, सबके घर में खुशियाँ छाई। जिसकी कोख ते जन्म लिया जी विष्णु कौर था नाम। बहुजन नायक मान्यवर जन्मे काशी राम। बहुजन नायक मान्यवर जन्मे काशी राम। लागे नौकरी चामे भर के, कॉलेज आली पढ़ाई करके लागे नौकरी चामे भर के। पूना शहर में दीना भाना, पूना शहर में खापरड़ी ने खोला भेद तमाम। बहुजन नायक मान्यवर जन्मे काशी राम। बहुजन नायक मान्यवर जन्मे काशी राम। मुबारका सबनू मुबारका, मुबारका सबनू मुबारका, मुबारका सबनू मुबारका, मुबारका सबनू मुबारका। पढ़ के समझ के बाबा साहब ने लिख दी चिट्ठी मात बाप ने। पढ़ के समझ के बाबा साहब ने लिख दी चिट्ठी मात बाप ने। समाज की खातिर पढ़ने अनूठे कर गए वो सरयाम। बहुजन नायक मान्यवर जन्मे काशी राम। बहुजन नायक मान्यवर जन्मे काशी राम। बाम सिर्फ रेडियस 4, बसपा बनाई माचा सोर। बाम सिर्फ रेडियस 4, बसपा बनाई माचा सोर। राजनीति में बड़े बड़े भी लागे करण सलाम। बहुजन नायक मान्यवर जन्मे काशी राम। बहुजन नायक मान्यवर जन्मे काशी राम। बदल दिया फिर तख्तो ताज रे, बहुजना का आया राज रे। बदल दिया फिर तख्तो ताज रे। बहुजना का आया राज रे। कीमत पहला नहीं होया था करके ऐसा काम। बहुजन नायक मान्यवर जन्मे काशी राम। बहुजन नायक मान्यवर जन्मे काशी राम। मुबारका सबनू मुबारका, मुबारका सबनू मुबारका, मुबारका सबनू मुबारका, मुबारका सबनू मुबारका। परवीन बड़सी तने सिखागे, वहीं पर चलिए जहाँ बतागे। परवीन बड़सी तने सिखागे, वहीं पर चलिए जहाँ बतागे। जिस दिन भटके उस ही दिन तह जीना तेरा हराम। बहुजन नायक मान्यवर जन्मे काशी राम। बहुजन नायक
नायक मान्यवर जन्मे काशी राम बहुजन नायक मान्यवर जन्मे काशी राम बहुजन नायक मान्यवर जन्मे काशी राम। ਸੋ ਜਿਸ ਤਰ੍ਹਾਂ ਆਪਨੇ ਮਾਨਵੀਆ ਕਾਂਸ਼ੀ ਰਾਮ ਜੀ ਦੇ ਜ਼ਿੰਦਗੀ ਦੇ ਨਾਲ ਸੰਬੰਧਿਤ ਉਹਨਾਂ ਦੇ ਜਨਮ ਦਿਨ ਤੇ ਸੰਬੰਧਿਤ ਗੀਤ ਸੁਣਿਆ ਹੈ, ਉਮੀਦ ਕਰਦੇ ਹਾਂ ਕਿ ਪਸੰਦ ਕੀਤਾ ਹੋਵੇਗਾ। ਤੋ ਜਿਸ ਤਰ੍ਹਾਂ ਜਖੂ ਸਾਹਿਬ ਅੱਜ ਅਸੀਂ ਐਸੇ ਮਾਨਵ ਦੀ ਗੱਲ ਕਰ ਰਹੇ ਹਾਂ ਕਿ ਜਿਨ੍ਹਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਤੇ ਜ਼ਿੰਦਗੀ ਦਾ ਇੱਕ ਐਸਾ ਪੜਾਅ ਆਉਂਦਾ ਕਿ ਉਹਨਾਂ ਦੀ ਜ਼ਿੰਦਗੀ ਦੀ ਦਸ਼ਾ ਹੀ ਬਦਲ ਜਾਂਦੀ ਹੈ ਜੀ। ਤੇ ਉਹਨਾਂ ਨੂੰ ਅਸੀਂ ਅਗਰ ਬਾਬਾ ਸਾਹਿਬ ਤੋਂ ਬਾਅਦ ਕਿਸੇ ਵਿਅਕਤੀ ਨੂੰ, ਕਿਸੇ ਮਾਨਵ ਨੂੰ ਜਾਣਿਆ ਹੈ ਬਾਬਾ ਸਾਹਿਬ ਦੇ ਕਾਰਵੇ ਦੇ ਵਿੱਚ, ਤਾਂ ਉਹ ਮਾਨਵੀਆ ਬਾਬੂ ਕਾਂਸ਼ੀ ਰਾਮ ਜੀ ਹਨ ਜੀ। ਤੇ ਅੱਜ ਅਸੀਂ ਦਰਸ਼ਕਾਂ ਨਾਲ ਉਹਨਾਂ ਦਾ ਜੋ ਜਨਮ ਦਿਨ ਸੀ 15 ਮਾਰਚ ਨੂੰ, ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਤੇ ਉਹਨਾਂ ਦੇ ਕੀਤੇ ਕੰਮਾਂ ਨੂੰ ਯਾਦ ਕਰਨਾ ਸਾਡਾ ਫਰਜ਼ ਬਣਦਾ ਹੈ, ਕਿਉਂਕਿ ਸਮਾਜ ਦੇ ਐਸੇ ਵਿਅਕਤੀ ਜਿਨ੍ਹਾਂ ਨੇ ਵਾਕਿਆ ਹੀ ਸਮਾਜ ਦੀ ਦਸ਼ਾ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਜੀ ਤੇ ਅੱਜ ਜਿਸ ਤਰ੍ਹਾਂ ਮਾਨਵੀਆ ਬਾਬੂ ਕਾਂਸ਼ੀ ਰਾਮ ਜੀ ਦੀ ਜ਼ਿਕਰ ਕਰ ਰਹੇ ਹਾਂ, ਕੀ ਤੁਸੀਂ ਅੱਜ ਦਰਸ਼ਕਾਂ ਦੇ ਨਾਲ ਸਾਡੇ ਉਹਨਾਂ ਦਾ ਬਚਪਨ ਜਿਹੜਾ ਹੈ, ਕਿਸ ਤਰ੍ਹਾਂ ਦਾ ਬਚਪਨ ਤੇ ਕਦੋਂ ਉਹਨਾਂ ਦਾ ਜਨਮ ਤੇ ਕਿੱਥੇ ਹੋਇਆ? ਜੀ ਬਹੁਤ ਮਿਹਰਬਾਨੀ ਮੈਡਮ ਰੇਖਾ ਜੀ, ਥੈਂਕ ਯੂ ਤੁਹਾਡਾ। ਤੁਸੀਂ ਅੱਜ ਸਭ ਕਾਂਸ਼ੀ ਰਾਮ ਜੀ ਦਾ ਪ੍ਰੋਗਰਾਮ ਲੈ ਕੇ ਲੋਟਸ ਟੀਵੀ ਤੇ ਆਏ ਆ। ਸੋ ਇੱਕ ਵਾਰੀ ਫਿਰ ਲੋਟਸ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਸਭ ਕਾਂਸ਼ੀ ਰਾਮ ਜੀ ਦੇ 99ਵੇਂ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ। ਸੋ ਜਿਸ ਤਰ੍ਹਾਂ ਸਭ ਕਾਂਸ਼ੀ ਰਾਮ ਬਾਬਾ ਸਾਹਿਬ ਨਵੇੜ ਤੋਂ ਬਾਅਦ ਇੱਕ ਮਹਾਨ ਜਿਹੜੇ ਸਮਾਜ ਸੁਧਾਰਕ, ਸਮਾਜ ਸੇਵਕ ਤੇ ਤਿਆਗੀ ਪੁਰਸ਼ ਹੋਏ ਆ। ਸੋ ਮੈਂ ਤਾਂ ਸਮਝਦਾ ਕਿ ਇੱਕ ਕਾਂਸ਼ੀ ਰਾਮ ਯੁੱਗ ਇਹਨਾਂ ਨੂੰ ਕਿਹਾ ਜਾ ਸਕਦਾ, ਇੱਕ ਨਾਂ ਨਹੀਂ, ਇੱਕ ਵਿਚਾਰਧਾਰਾ ਆ। ਇੱਕ ਯੁੱਗ ਦਾ ਨਾਂ ਬਾਬਾ ਸਾਹਿਬ ਤੋਂ ਬਾਅਦ ਜੇ ਆਉਂਦਾ ਤੇ ਉਹ ਸਭ ਕਾਂਸ਼ੀ ਰਾਮ ਜੀ ਦਾ ਆ। ਸੋ ਅਕਸਰ ਆਪਾਂ ਇਹਨਾਂ ਮਹਾਂਪੁਰਸ਼ਾਂ ਦੇ, ਇਹ ਤਾਂ ਸਾਡੇ ਹੁਣੇ ਜਿਹੜੇ ਗਏ ਇਸ ਦੁਨੀਆ ਤੋਂ ਸਾਹਿਬ ਕਾਂਸ਼ੀ ਰਾਮ, ਔਰ ਬਹੁਤ ਵੱਡਾ ਅੰਦੋਲਨ ਦੇਖ ਕੇ ਗਏ ਆ। ਇਹਨਾਂ ਨੂੰ ਮੈਂ ਸਮਝਦਾ ਕਿ ਸ਼ਾਇਦ ਹੀ ਕੋਈ ਨਾ ਜਾਣਦਾ ਹੋਵੇ, ਕਿਉਂਕਿ ਬਾਬਾ ਸਾਹਿਬ ਨੂੰ ਥੋੜਾ ਜਿਹਾ ਜ਼ਰੂਰ ਸਾਨੂੰ ਜਾਣਨ ਦੇ ਵਿੱਚ ਦੇਰੀ ਲੱਗੀ ਆ ਜਾਂ ਕੁਝ ਗੈਪ ਪੈ ਗਿਆ ਸੀ, ਪਰ ਸਾਹਿਬ ਕਾਂਸ਼ੀ ਰਾਮ ਦਾ ਤਾਂ ਅੰਦੋਲਨ ਲਗਾਤਾਰ ਚੱਲ ਰਿਹਾ ਔਰ ਪੀੜ੍ਹੀ ਦਰ ਪੀੜ੍ਹੀ ਟਰਾਂਸਫਰ ਹੋ ਰਿਹਾ, ਤਾਂ ਬਹੁਤ ਵੱਡਾ ਇੱਕ ਮਿਸ਼ਨ ਦੇ ਰੂਪ ਦੇ ਵਿੱਚ ਕੰਮ ਕਰ ਰਿਹਾ। ਇਸ ਕਰਕੇ ਸਭ ਕਾਂਸ਼ੀ ਰਾਮ ਜੀ ਬਾਰੇ ਬਹੁਤ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਔਰ ਬਹੁਤ ਸਾਰੀ ਜਿਹੜੀ ਆ ਜਾਣਕਾਰੀ ਆਮ ਮਿਲਦੀ ਆ ਸਾਨੂੰ, ਕਿਉਂਕਿ ਲੇਟੈਸਟ ਇਹ ਸਾਡੇ ਇੱਕ ਮਹਾਂਪੁਰਸ਼ ਹੋਏ ਆ ਜੀ। ਸੋ ਫਿਰ ਵੀ ਆਪਾਂ ਜਿਸ ਤਰ੍ਹਾਂ ਅੱਜ ਇਹਨਾਂ ਦੇ ਜੀਵਨ ਸੰਘਰਸ਼ ਦੇ ਪ੍ਰੋਗਰਾਮ ਲੈ ਕੇ ਆਏ ਆ, ਕੋਈ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨਾਂ ਦੇ ਸਹੀ ਜੀਵਨ ਸੰਘਰਸ਼ ਬਾਰੇ ਔਰ ਬਚਪਨ, ਜਵਾਨੀ ਤੇ ਐਂਡ ਤੱਕ ਕੁਛ ਨਾ ਕੁਛ ਜਿੰਨਾ ਵੀ ਸਮਾਂ ਮਿਲਦਾ ਆਪਾਂ ਜ਼ਰੂਰ ਚਰਚਾ ਦਰਸ਼ਕਾਂ ਨਾਲ ਸਾਂਝੀ ਕਰੀਏ। ਸੋ ਫਿਰ ਵੀ ਆਪਾਂ ਨੂੰ ਜਿੰਨਾ ਵੀ ਸਮਾਂ ਮਿਲਦਾ ਸਭ ਕਾਂਸ਼ੀ ਰਾਮ ਦੇ ਜੀਵਨ ਤੇ ਆਪਾਂ ਅੱਜ ਦਾ ਜਿਹੜਾ ਇਹ ਫੋਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਜਦੋਂ ਆਪਾਂ ਕਿਸੇ ਮਹਾਂਪੁਰਸ਼ ਦੀ ਗੱਲ ਕਰਦੇ ਹਾਂ, ਉਹਦੇ ਜਨਮ ਦਿਨ ਦੀ ਤਾਰੀਖ, ਮਾਤਾ ਪਿਤਾ ਦਾ ਨਾਮ ਜ਼ਰੂਰ ਪਤਾ ਹੋਣਾ ਚਾਹੀਦਾ, ਕਿਉਂਕਿ ਇਹਨਾਂ ਦਾ ਜਨਮ 15 ਮਾਰਚ 1934 ਖਵਾਸਪੁਰ ਦੀ ਧਰਤੀ ਦੇ ਉੱਤੇ, ਜਿਹੜੀ ਤਹਿਸੀਲ ਖਰੜ, ਡਿਸਟ੍ਰਿਕਟ ਰੋਪੜ ਦਾ, ਪੰਜਾਬ ਸਟੇਟ 'ਚ ਹੋਇਆ। ਸੋ 15 ਮਾਰਚ 1934। ਮਾਤਾ ਦਾ ਨਾਮ ਬਿਸ਼ਨ ਕੌਰ ਤੇ ਪਿਤਾ ਦਾ ਨਾਮ ਹਰੀ ਸਿੰਘ ਸੀ। ਸੋ ਇਹ 3 ਭਰਾ ਤੇ 4 ਭੈਣਾਂ ਸਨ, ਮਤਲਬ ਪਰਿਵਾਰ ਵੱਡਾ ਸੀਗਾ, 4 ਇਹਨਾਂ ਦੀਆਂ ਭੈਣਾਂ ਤੇ 3 ਮਤਲਬ ਭਰਾ, ਔਰ ਸਭ ਤੋਂ ਵੱਡੇ ਇਹ ਸਭ ਕਾਂਸ਼ੀ ਰਾਮ ਸੀ। ਸੋ ਵੈਸੇ ਤਾਂ ਇਹਨਾਂ ਦਾ ਜਿਹੜਾ ਜਨਮ ਆਪਾਂ ਜੇ ਹੋਰ ਥੋੜਾ ਜਿਹਾ ਅੱਗੇ ਜਾਈਏ ਤਾਂ ਨਾਨਕਾ ਪਰਿਵਾਰ ਵਿਖੇ ਹੋਇਆ। ਬੁੱਗਾ ਸਾਹਿਬ ਉਹਦਾ ਵੀ ਇੱਕ ਮਹੱਲਾ ਪ੍ਰਿਥੀਪੁਰ ਆਇਆ, ਕਿਉਂਕਿ ਜਿਸ ਤਰ੍ਹਾਂ ਆਪਣੇ ਸਮਾਜ ਦੇ ਵਿੱਚ ਇੱਕ ਰਿਵਾਜ ਆ ਕਿ ਪਹਿਲੇ ਬੱਚੇ ਦਾ ਜਨਮ ਜਿਹੜਾ ਨਾਨਕੀ ਪਰਿਵਾਰ ਵਿਖੇ ਹੁੰਦਾ ਆ। ਸੋ ਇਹਨਾਂ ਦਾ ਜਨਮ ਵੀ ਇੱਕ ਨਾਨਕਾ ਪਰਿਵਾਰ ਅਨੰਦਪੁਰ ਸਾਹਿਬ ਦੀ ਬਿਲਕੁਲ ਗੋਦ ਦੇ ਵਿੱਚ ਇੱਕ ਬਸਿਆ ਪਿੰਡ ਆ ਜਿੱਥੇ ਹੋਇਆ। ਸੋ ਅਸਲ ਜਿਹੜਾ ਖਵਾਸਪੁਰ ਆਪਾਂ ਇਹਨੂੰ ਰੋਪੜ ਡਿਸਟ੍ਰਿਕਟ 'ਚ ਗਿਣਦੇ ਹਾਂ। ਸੋ ਸਾਹਿਬ ਕਾਂਸ਼ੀ ਰਾਮ ਦਾ ਬਚਪਨ ਜਿਹੜਾ ਬਹੁਤ ਇੱਕ ਅਜੀਬ ਤੇ ਵਧੀਆ ਬਚਪਨ ਬੀਤਿਆ। ਇਹ ਇੱਕ ਰਵਿਦਾਸੀਆ ਪਰਿਵਾਰ ਨੂੰ ਬਿਲੋਂਗ ਕਰਦੇ ਸੀ, ਸਿੱਖ ਧਰਮ ਨੂੰ ਮੰਨਦੇ ਹੋਣ ਕਰਕੇ ਸਾਰਾ ਪਰਿਵਾਰ ਗੁਰਮੁਖੀ ਪਰਿਵਾਰ ਕਹਿ ਸਕਦੇ ਹਾਂ, ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ, ਸਿੱਖ ਜਿਹੜੀ ਵਿਚਾਰਧਾਰਾ ਨਾਲ ਰਿਲੇਟਡ ਸੀਗਾ। ਸੋ ਬਚਪਨ 'ਚ ਇਹਨਾਂ ਦੇ ਬਾਲ ਰੱਖੇ ਹੁੰਦੇ ਸੀਗੇ, ਸੋ ਉਹ ਬਾਲ ਵੀ ਇਹਨਾਂ ਨੇ ਫਿਰ ਛੋਟੀ ਉਮਰ 'ਚ ਕਟਾ ਦਿੱਤੇ ਸੀਗੇ। ਸੋ ਬਚਪਨ ਦੀ ਜਿਹੜੀ ਪੜ੍ਹਾਈ ਹੈ ਇਹਨਾਂ ਦੇ ਪਿੰਡ, ਆਪਣੇ ਪਿੰਡ ਵੀ ਪ੍ਰਾਇਮਰੀ ਸਕੂਲ ਤੱਕ ਨਹੀਂ ਸੀਗਾ। ਸੋ ਇਹਨਾਂ ਦੇ ਨੇੜੇ ਪਿੰਡ ਇੱਕ ਮਾਣਕਪੁਰ ਹੈ, ਜਿੱਥੋਂ ਇਹਨਾਂ ਨੇ 5ਵੀਂ ਤੱਕ ਦੀ ਪ੍ਰੀਖਿਆ ਪਾਸ ਕੀਤੀ, ਪ੍ਰਾਇਮਰੀ ਕੀਤੀ। ਸੋ ਉਸ ਤੋਂ ਬਾਅਦ ਇਸਲਾਮਿਕ ਸਕੂਲ ਜਿਹੜਾ ਖਰੜ ਤੋਂ 10ਵੀਂ ਪਾਸ ਕੀਤੀ, ਤੇ ਫਿਰ ਗੌਰਮੈਂਟ ਕਾਲਜ ਰੋਪੜ ਤੋਂ ਇਹਨਾਂ ਨੇ BSc ਕੀਤੀ ਆ। ਸੋ ਇੰਨਾ ਕੁ ਇਹ ਜਿਹੜਾ ਬਚਪਨ ਇਹਨਾਂ ਦਾ ਆਪਾਂ ਸਾਂਝਾ ਕੀਤਾ ਆ। ਸੋ BSc ਕਰਨ ਤੋਂ ਬਾਅਦ ਫਿਰ ਇਹ ਸਰਕਾਰੀ ਨੌਕਰੀ 'ਚ ਜਾਂਦੇ ਆ।
ਸੋ ਇਸ ਕਰਕੇ ਸਭ ਕਾਂਸ਼ੀ ਰਾਮ ਦਾ ਜਿਹੜਾ ਜੀਵਨ ਆ, ਜੀ। ਇਹ ਜਿਸ ਤਰ੍ਹਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਹਿੰਦੇ ਸੀ, ਮੇਰਾ ਜਿਹੜਾ ਸੰਦੇਸ਼ ਆ, ਮੇਰਾ ਜੀਵਨ ਸੰਘਰਸ਼ੀ ਆ, ਜੀ ਤੁਸੀਂ ਮੇਰਾ ਜੀਵਨ ਪੜ੍ਹ ਲਓ, ਉਹੀ ਮੇਰਾ ਸੰਦੇਸ਼ ਆ। ਤੇ ਇਸੇ ਤਰ੍ਹਾਂ ਸਭ ਕਾਂਸ਼ੀ ਰਾਮ ਦਾ ਇੱਕ ਜਿਹੜਾ ਜੀਵਨ ਆ, ਉਹੀ ਇੱਕ ਜਿਹੜਾ ਸੰਦੇਸ਼ ਆ। ਸੋ ਸਾਨੂੰ ਬਾਬਾ ਸਾਹਿਬ ਤੋਂ ਬਾਅਦ ਜੇ ਕੋਈ ਮਹਾਪੁਰਸ਼ ਮਿਲਿਆ ਜੀ ਤੇ ਜਿਹਦਾ ਜਿਹੜਾ ਆਪਾਂ ਜਿਨ੍ਹਾਂ ਨੇ ਬਾਬਾ ਸਾਹਿਬ ਨੂੰ ਵੀ ਜਾਣੂ ਕਰਾਇਆ, ਉਹ ਸਭ ਕਾਂਸ਼ੀ ਰਾਮ ਹੀ ਆ। ਸੋ ਇਸ ਕਰਕੇ ਤੁਹਾਡਾ ਤੇ ਤੁਹਾਡੀ ਕਮੇਟੀ ਦਾ, ਆਪਣੇ ਸਾਰੀ ਲੋਟਸ ਟੀਵੀ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਸਭ ਕਾਂਸ਼ੀ ਰਾਮ ਦਾ ਪ੍ਰੋਗਰਾਮ ਲੈ ਕੇ ਆਏ। ਔਰ ਅੱਜ ਜਿਹੜਾ ਆਪਾਂ ਬੁੱਧ ਵਿਹਾਰ 'ਚ ਵੀ ਇਹਨਾਂ ਦੇ ਜਨਮ ਦਿਨ ਨੂੰ ਮਨਾਇਆ, ਸੋ ਉੱਥੇ ਵੀ ਆਪਾਂ ਜਿਹੜੀ ਇਹਨਾਂ ਦੇ ਵਧਾਈ ਦਿੱਤੀ ਆ। ਸੋ ਇੱਕ ਵਾਰੀ ਫਿਰ ਮੈਂ ਲੋਟਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇਸ ਮਹਾਪੁਰਸ਼ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਬਿਲਕੁਲ। ਤੋ ਜਿਸ ਤਰ੍ਹਾਂ ਅਸੀਂ ਮਾਨਵਰ ਕਾਂਸ਼ੀ ਰਾਮ ਜੀ ਦੇ ਬਚਪਨ ਦੀ ਗੱਲ ਕੀਤੀ ਹੈ, ਤੇ ਤੁਸੀਂ ਦੱਸਿਆ ਹੈ ਕਿ ਉਹਨਾਂ ਨੇ BSc ਤੱਕ ਦੀ ਪੜ੍ਹਾਈ ਜਿਹੜੀ ਰੋਪੜ ਤੋਂ ਕੀਤੀ ਜੀ। ਤੇ ਪੜ੍ਹਾਈ ਕਰਨ ਤੋਂ ਬਾਅਦ ਕੋਈ ਇਸ ਤਰ੍ਹਾਂ ਦਾ ਪਹਿਲੀ ਉਹਨਾਂ ਦੀ ਨੌਕਰੀ ਦੇ ਬਾਰੇ ਤੁਸੀਂ ਕਿੱਥੇ ਉਹਨਾਂ ਨੇ ਪਹਿਲੀ ਨੌਕਰੀ ਕੀਤੀ ਜਾਂ ਕਿਸ ਤਰ੍ਹਾਂ? ਪਹਿਲੀ ਨੌਕਰੀ ਇਹਨਾਂ ਨੇ 1956 ਦੇ ਵਿੱਚ ਦੇਹਰਾਦੂਨ ਵਿਖੇ ਕੀਤੀ ਆ। ਜੀ। ਸੋ BSc ਕਰਨ ਤੋਂ ਬਾਅਦ, ਕਿਉਂਕਿ ਦੇਖੋ 1900 ਜਦੋਂ ਆਪਾਂ 50 ਤੋਂ ਬਾਅਦ ਦੀ ਗੱਲ ਕਰਦੇ ਆ ਜਾਂ 1970 ਤੋਂ ਪਹਿਲਾਂ ਦੀ ਗੱਲ ਕਰਦੇ ਆ, 60 65 70 ਤੱਕ, ਉਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਾਨੂੰ ਪੜ੍ਹਨ ਲਿਖਣ ਦਾ ਅਧਿਕਾਰ ਦੇ ਦਿੱਤਾ ਬਿਲਕੁਲ। ਤੇ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਦੇ ਦਿੱਤੀ, ਤੇ ਸਾਡਾ ਸਮਾਜ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਸਰਕਾਰੀ ਨੌਕਰੀਆਂ ਦੇ ਵਿੱਚ ਜਾਣ ਲੱਗ ਪਿਆ ਸੀਗਾ। ਜੀ। ਕਿ 1932 ਦੇ ਵਿੱਚ ਆਪਾਂ ਨੂੰ ਬਹੁਤ ਸਾਰੇ ਅਧਿਕਾਰ ਮਿਲ ਗਏ ਸੀ। 1947 ਤੱਕ ਭਾਰਤ ਆਜ਼ਾਦ ਹੋ ਗਿਆ। 26 ਜਨਵਰੀ 1950 ਨੂੰ ਜਿਹੜਾ ਸੰਵਿਧਾਨ ਲਾਗੂ ਹੋ ਗਿਆ। ਉਸ ਸਾਰੇ ਸਿਸਟਮ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸੰਘਰਸ਼ ਕੀਤਾ ਸੀ, ਜਿਹੜੇ ਅਧਿਕਾਰ ਸਮਾਜ ਨੂੰ ਦਵਾਏ ਸੀ, ਉਹਨਾਂ ਅਧਿਕਾਰਾਂ ਦੀ ਬਦੌਲਤ ਸਭ ਕਾਂਸ਼ੀ ਰਾਮ ਵੀ ਪੜ੍ਹ ਗਏ। ਜੀ। ਪੜ੍ਹਨ ਤੋਂ ਬਾਅਦ BSc ਕਰਨ ਤੋਂ ਬਾਅਦ ਉਹਨਾਂ ਨੂੰ ਨੌਕਰੀ ਮਿਲੀ। ਪਰ ਜਿਸ ਮਹਾਨ ਪੁਰਸ਼ ਨੇ, ਜਿਸ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇਹ ਸਾਰਾ ਕੁਝ ਲੈ ਕੇ ਦਿੱਤਾ, ਉਹਨਾਂ ਬਾਰੇ ਬਿਲਕੁਲ ਨਹੀਂ ਸੀ ਜਾਣਦੇ। ਬਿਲਕੁਲ। ਮਤਲਬ ਜਿਨ੍ਹਾਂ ਦੇ ਐਡੇ ਵੱਡੇ ਸੰਘਰਸ਼ ਦੀ ਬਦੌਲਤ ਸਭ ਇੱਥੇ ਤੱਕ ਪਹੁੰਚੇ ਜਾਂ ਪੜ੍ਹ ਕੇ ਨੌਕਰੀ 'ਚ ਗਏ ਆ, ਉਹਨਾਂ ਬਾਰੇ ਬਿਲਕੁਲ ਜਾਣਦੇ ਨਹੀਂ ਸੀਗੇ। ਜੀ। ਤੇ 1956 'ਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਇਸ ਦੁਨੀਆ ਤੋਂ ਚਲੇ ਜਾਂਦੇ ਆ। ਜੀ। ਜਦੋਂ 6 ਦਸੰਬਰ 1956 ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਚਲੇ ਜਾਂਦੇ ਆ, ਤੇ ਉਦੋਂ ਇਹਨਾਂ ਨੂੰ ਪਤਾ ਲੱਗਦਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ। ਸੋ ਉਸ ਸਮੇਂ ਫਿਰ ਵੀ ਬਹੁਤ ਸਾਰੇ ਪੈਰੋਕਾਰ ਬਾਬਾ ਸਾਹਿਬ ਦੇ ਬਣ ਗਏ ਸੀਗੇ, ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਹੋਏ। ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਿਹੜਾ ਅੰਦੋਲਨ ਹੈ, ਇੱਕ ਪੀਕ ਤੇ ਅੰਦੋਲਨ ਚਲੇ ਗਿਆ ਸੀਗਾ, ਜੀ। ਤੇ ਐਨ ਟੌਪ ਤੇ ਸੀਗਾ, ਤੇ ਇੱਕ ਮਹਾਨ ਵਿਅਕਤੀਆਂ ਚ ਉਹਨਾਂ ਦਾ ਨਾਂ ਗਿਣ ਹੋਣ ਲੱਗ ਪਿਆ ਸੀ। ਸੋ 1956 ਚ ਜਦੋਂ ਇਹ ਪਹਿਲੀ ਵਾਰੀ ਦੇਹਰਾਦੂਨ ਵਿਖੇ ਨੌਕਰੀ 'ਚ ਜਾਂਦੇ ਆ, ਤੇ ਉਦੋਂ ਹੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿਹੜੀ ਡੈਥ ਹੋ ਜਾਂਦੀ ਆ। ਸੋ ਉਸ 1956 ਚ ਦੇਹਰਾਦੂਨ ਤੇ ਇੱਕ ਪੰਜਾਬ ਦਾ ਪਰਸੂਰਾਮ ਦਾ ਵਿਅਕਤੀ ਨੌਕਰੀ ਕਰਦਾ ਸੀਗਾ। ਹੁਸ਼ਿਆਰਪੁਰ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ, ਜੇ ਬਹੁਤ ਸਾਰੇ ਸਾਥੀਆਂ ਨੂੰ ਪਤਾ ਹੋਣਾ। ਹੁਸ਼ਿਆਰਪੁਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਸੀ, ਤੇ ਪਰਸੂਰਾਮ ਨਾਂ ਦਾ ਵਿਅਕਤੀ ਸੀ ਜਿਹੜਾ ਦੇਹਰਾਦੂਨ ਵਿਖੇ ਨੌਕਰੀ ਕਰਦਾ ਸੀ। ਉਸ ਦੌਰਾਨ ਇੱਕੋ ਰੂਮ 'ਚ ਰਹਿੰਦੇ ਸੀ, ਰੂਮਮੇਟ ਸੀਗਾ। ਤੇ ਉਸ ਪਰਸੂਰਾਮ ਨੂੰ ਜਦੋਂ ਪਤਾ ਲੱਗਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਇਸ ਦੁਨੀਆ ਤੋਂ ਚਲੇ ਗਏ, ਤੇ ਉਹ ਭੁੱਬਾਂ ਮਾਰ ਕੇ ਰੋਣਾ ਸ਼ੁਰੂ ਕੀਤਾ ਉਹਨਾਂ ਨੇ। ਔਰ ਇੰਨਾ ਰੋਏ, ਇੰਨੀ ਜ਼ੋਰ ਕਰਲਾਏ ਕਿ ਇੱਕ ਜਿਹੜਾ ਸਾਡਾ ਮਸੀਹਾ ਸੀ ਇਸ ਦੁਨੀਆ ਤੋਂ ਚਲੇ ਗਿਆ, ਤੇ ਇਸ ਸਮਾਜ ਦੀ ਹੁਣ ਬਾਂਹ ਕੌਣ ਫੜੂਗਾ। ਪਰ ਇਹ ਜ਼ਰੂਰ ਆ ਵੀ ਕਈ ਵਾਰੀ ਕੁਦਰਤ ਦਾ ਕ੍ਰਿਸ਼ਮਾ ਆ, ਜਿਹੜਾ ਇਨਸਾਨ ਆਇਆ ਉਹਨੇ ਜਾਣਾ ਵੀ ਆ। ਇਹ ਇੱਕ ਚੇਂਜ ਹੁੰਦੀ ਪ੍ਰਕਿਰਤੀ ਦੇ ਰੂਪ ਕਰਕੇ, ਪਰਿਵਰਤਨਸ਼ੀਲ ਜਿੱਦਾਂ ਆਪਾਂ ਕਹਿੰਦੇ ਆ। ਸੋ ਉਸ ਸਮੇਂ ਇੱਕ ਮਸੀਹਾ ਪੈਦਾ ਹੋ ਚੁੱਕਾ ਸੀਗਾ। ਤੇ ਉਹ ਸਭ ਕਾਂਸ਼ੀ ਰਾਮ ਨੇ ਜਦੋਂ ਪੁੱਛਿਆ ਵੀ ਤੂੰ ਕਿਉਂ ਇੰਨਾ ਰੋ ਰਿਹਾ, ਵੀ ਤੈਨੂੰ ਕੀ ਦੁੱਖ ਹੈ, ਤੂੰ ਇਹ ਜਾਣਦਾ ਕੌਣ ਵਿਅਕਤੀ ਆ। ਸੋ ਉਹਨਾਂ ਨੇ ਥੋੜਾ ਜਿਹਾ ਪਰਸੂਰਾਮ ਜੀ ਨੇ ਦੱਸਿਆ, ਤੇ ਸਭ ਕਾਂਸ਼ੀ ਰਾਮ ਨੇ ਫਿਰ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਬਾਰੇ ਜ਼ਿਆਦਾ ਨਾ ਕੋਈ ਰੁਚੀ ਦਿਖਾਈ, ਨਾ ਕੋਈ ਪੜ੍ਹਿਆ, ਨਾ ਕੁਝ ਜਾਣਨ ਦੀ ਕੋਸ਼ਿਸ਼ ਕੀਤੀ, ਸਿਰਫ ਸੁਣ ਕੇ ਜਿਹੜਾ ਛੱਡ ਦਿੱਤਾ। ਸੋ ਉਸ 1 ਸਾਲ ਦੀ ਨੌਕਰੀ ਦੌਰਾਨ ਉੱਥੇ ਇੱਕ ਬਾਉਂਡ ਭਰ ਕੇ ਦੇਣਾ ਪੈਂਦਾ ਸੀਗਾ ਵੀ ਜੇ ਤੁਸੀਂ ਸਾਡੀ ਇਸ ਡਿਪਾਰਟਮੈਂਟ 'ਚ ਨੌਕਰੀ ਕਰਨੀ ਆ, ਤੇ ਤੁਹਾਨੂੰ ਕੋਈ ਸ਼ਰਤਾਂ ਦੇ ਮੁਤਾਬਕ ਬਾਉਂਡ ਭਰ ਕੇ ਦੇਣਾ। ਤੇ ਸਭ ਕਾਂਸ਼ੀ ਰਾਮ ਬਚਪਨ ਤੋਂ ਖੁੱਲੇ ਸੁਭਾਅ ਦੇ ਸੀਗੇ, ਕਿਸੇ ਵੀ ਮਰਿਆਦਾ ਦੇ ਵਿੱਚ ਬਾਉਂਡ 'ਚ ਵੱਜਣਾ ਨਹੀਂ ਸੀ ਚਾਹੁੰਦੇ। ਸੋ ਉਸ ਬਾਉਂਡ ਭਰਨ ਤੋਂ ਇਹਨਾਂ ਨੇ ਨਾ ਕਰ ਦਿੱਤੀ, ਤੇ ਉਹ ਜਿਹੜੀ ਨੌਕਰੀ ਛੱਡ ਦਿੱਤੀ ਆ। ਫਿਰ ਦੁਬਾਰਾ 1958 ਦੇ ਵਿੱਚ ਜਿਹੜੀ ਆਮ ਤੌਰ ਤੇ ਆਪਾਂ ਜ਼ਿਆਦਾ ਸੁਣਦੇ ਆ, ਜਾਂ ਜਿੱਥੋਂ ਇਹਨਾਂ ਨੇ ਅੰਦੋਲਨ ਸ਼ੁਰੂ ਕੀਤਾ, ਉਹ ਪੂਨਾ ਵਿਖੇ ਜਿਹੜੀ 1958 ਦੇ ਵਿੱਚ ਜਿਹੜੀ ਆ ਨੌਕਰੀ ਇਹਨਾਂ ਨੇ ਸ਼ੁਰੂ ਕੀਤੀ ਆ। ਸੋ ਉਸ ਨੌਕਰੀ ਦੌਰਾਨ ਫਿਰ ਬਾਬਾ ਸਾਹਿਬ ਦੀ ਥੋੜੀ ਜਿਹੀ ਇਹਨਾਂ ਨੂੰ ਲਗਨ ਤੇ ਚਾਹਤ ਪੈਦਾ ਹੁੰਦੀ ਆ। ਉੱਥੋਂ ਫਿਰ ਬਾਬਾ ਸਾਹਿਬ ਦਾ ਇਹ ਅੰਦੋਲਨ ਸ਼ੁਰੂ ਕਰਦੇ। ਬਹੁਤ ਹੀ ਵਧੀਆ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਹਿਲੀ ਨੌਕਰੀ ਤਾਂ ਇਹਨਾਂ ਨੂੰ ਬਾਬਾ ਸਾਹਿਬ ਦੇ ਬਾਰੇ ਸੁਣਨ ਨੂੰ ਮਿਲਿਆ, ਤੇ ਜਿਸ ਤਰ੍ਹਾਂ ਇਹ ਦੂਸਰੇ ਘਟਨਾ ਦਾ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਇਹ ਪੁਣੇ ਦੇ ਵਿੱਚ ਚਲੇ ਗਏ, ਦੂਸਰੀ ਜੌਬ ਦੇ ਵਿੱਚ ਚਲੇ ਗਏ, ਫਿਰ ਥੋੜਾ ਜਿਹਾ ਇਹਨਾਂ ਨੂੰ ਬਾਬਾ ਸਾਹਿਬ ਦੇ ਬਾਰੇ ਹੋਰ ਜਾਣਕਾਰੀ। ਕੋਈ ਤੁਸੀਂ ਇਸ ਤਰ੍ਹਾਂ ਦੀ ਕੋਈ ਘਟਨਾ ਹੈ ਜਿਸ ਦਾ ਕੋਈ ਸਾਡੇ ਨਾਲ ਜ਼ਿਕਰ ਕਰਨਾ ਚਾਹੋਗੇ, ਜਿੱਥੋਂ ਕਿ ਖਾਸ ਕਰਕੇ ਇਹਨਾਂ ਦੇ ਮਨ ਨੂੰ ਜਿੱਥੋਂ ਇੱਕ
ਲਗਨ ਲੱਗੀ ਹੋਵੇ ਜਾਂ ਬਾਬਾ ਸਾਹਿਬ ਦੇ ਬਾਰੇ ਪੜ੍ਹਨ ਦੀ ਜਾਂ ਸੁਣਨ ਦੀ ਜਾਂ ਜੀ। ਜਾਣਨ ਦੀ। ਜੀ ਬਿਲਕੁਲ ਜੀ, ਜਿੱਥੋਂ ਇਹਨਾਂ ਨੂੰ ਇੱਕ ਆਪਾਂ ਠੇਸ ਲੱਗੀ ਕਹਿ ਸਕਦੇ ਆ, ਜੀ। ਜਿੱਥੋਂ ਇੱਕ ਮਨ ਨੂੰ ਸੱਟ ਵੱਜੀ ਆ, ਉਹ ਜਿਹੜੀ ਘਟਨਾ ਹੈਗੀ ਆ, ਔਰ ਇਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਇਹਨਾਂ ਦੇ ਦੌਰਾਨ ਜਿਹੜੇ ਇੱਕ ਰਾਜਸਥਾਨ ਨੂੰ ਬਿਲੋਂਗ ਕਰਦੇ ਦੀਨਾ ਭਾਨਾ ਜੀ, ਜੀ। ਉਹ ਵੀ ਇਸ ਦੁਨੀਆ ਤੇ ਨਹੀਂ ਰਹੇ। ਬਹੁਤ ਉਹਨਾਂ ਦੀ ਵੀ ਗੱਲ ਹਮੇਸ਼ਾ ਕੀਤੀ ਜਾਂਦੀ ਹੈ। ਜੀ, ਤੇ ਉਸ ਦੀਨਾ ਭਾਨਾ ਜਿਹੜੇ ਕਲਾਸਪੁਰ ਸੀਗੇ, ਕਲਾਸਪੁਰ ਸੀ ਇਸੇ ਡਿਪਾਰਟਮੈਂਟ 'ਚ ਕੰਮ ਕਰਦੇ ਸੀ, ਤੇ ਉਸ ਸਮੇਂ ਦੀ ਮੈਨੇਜਮੈਂਟ ਟੀਮ ਨੇ ਜਿੱਥੇ DRDS ਦੀ ਨੌਕਰੀ ਕਰਦੇ ਸੀਗੇ, ਸੋ ਉਹ ਜਿਹੜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਤੇ ਤਥਾਗਤ ਗੌਤਮ ਬੁੱਧ ਦੀ ਜਿਹੜੀ ਛੁੱਟੀ ਹੁੰਦੀ ਸੀਗੀ ਜਨਮ ਦਿਹਾੜੇ ਦੀ, ਉਹ ਕੈਂਸਲ ਕਰਕੇ ਉਹਦੀ ਜਗ੍ਹਾ ਦੇ ਉੱਤੇ ਰਾਮਨੌਮੀ ਦੁਸਹਿਰੇ ਦੀ ਜਿਹੜੀ ਹੈ ਛੁੱਟੀ ਉਹ ਕਰ ਦਿੱਤੀ। ਸੋ ਦੀਨਾ ਭਾਨਾ ਥੋੜਾ ਜਿਹਾ ਬਾਬਾ ਸਾਹਿਬ ਬਾਰੇ ਜਾਣਦੇ ਸੀ, ਜਾਂ ਉਹਨਾਂ ਨੂੰ ਪਤਾ ਸੀਗਾ ਵੀ ਜਿਨ੍ਹਾਂ ਦੀ ਬਦੌਲਤ ਮੈਂ ਵੀ ਨੌਕਰੀ ਤੇ ਆਇਆ, ਉਹ ਮਹਾਪੁਰਸ਼ਾਂ ਦਾ ਕੀ ਯੋਗਦਾਨ ਆ। ਸੋ ਇਸ ਛੁੱਟੀ ਦਾ ਵਿਰੋਧ ਕੀਤਾ ਦੀਨਾ ਭਾਨਾ ਨੇ, ਤੇ ਦੀਨਾ ਭਾਨਾ ਚਾਹੁੰਦਾ ਸੀ ਕਿ ਮੈਂ ਜਿਹੜੇ ਇਹਨਾਂ ਮਹਾਪੁਰਸ਼ਾਂ ਦੀ ਜਿਹੜੀ ਆ ਛੁੱਟੀ ਆ ਉਹ ਲੈਣੀ ਚਾਹੁੰਦਾ ਆ, ਵੀ ਮੈਂ ਇਹਨਾਂ ਦੀ ਬਦੌਲਤ ਆਇਆ, ਥੋੜਾ ਬਹੁਤਾ ਜੇ ਨੌਕਰੀ ਚ ਆਇਆ, ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ ਆਇਆ। ਸੋ ਉੱਥੇ ਦੀ ਮੈਨੇਜਮੈਂਟ ਕਹਿੰਦੀ ਸੀ ਵੀ ਤੂੰ ਮਤਲਬ ਜਿਹੜਾ ਆ ਇਹ ਡਾਕਟਰ ਅੰਬੇਡਕਰ ਨੂੰ ਆਪਾਂ ਜ਼ਿਆਦਾਤਰ ਮਹਾਰਾਸ਼ਟਰ ਦੇ ਮਹਾਰ ਦੇ ਲੋਕਾਂ ਨਾਲ ਜੋੜ ਕੇ ਮੀਡੀਆ ਨੇ ਦਿੱਤਾ ਵੀ ਇਹ ਤਾਂ ਮਹਾਰਾਸ਼ਟਰ ਦੇ ਹੋਏ ਆ, ਤੇ ਤੂੰ ਰਾਜਸਥਾਨ ਨੂੰ ਬਿਲੋਂਗ ਕਰਦਾ, ਤੇਰਾ ਇਹਨਾਂ ਦੇ ਨਾਲ ਕੀ ਲੈਣ ਦੇਣ ਆ। ਉਹ ਕਹਿੰਦਾ ਨਹੀਂ, ਇਹ ਸਾਰੇ ਭਾਰਤ ਦੇ ਜਿਹੜੇ ਆ ਮਸੀਹਾ ਹੋਏ ਆ, ਸੋ ਮੈਂ ਬੇਸ਼ੱਕ ਰਾਜਸਥਾਨ ਨੂੰ, ਪਰ ਸਾਡੀ ਕਮਿਊਨਿਟੀ ਦੇ ਅੱਗੇ ਬਹੁਤ ਮਹਾਨ ਜਿਹੜੇ ਵਿਅਕਤੀ ਹੋਏ ਆ, ਤੇ ਮੈਨੂੰ ਇਹਨਾਂ ਦੀ ਛੁੱਟੀ ਚਾਹੀਦੀ ਆ। ਤੇ ਉਹਨਾਂ ਨੇ ਕਾਫੀ ਸਖਤੀ ਕੀਤੀ ਵੀ ਤੈਨੂੰ ਅਸੀਂ ਨੌਕਰੀ ਤੋਂ ਕੱਢ ਦਾਂਗੇ ਜੇ ਤੂੰ ਵਾਪਸ ਨੌਕਰੀ ਤੇ ਨਾ ਆਇਆ, ਜਾਂ ਤੂੰ ਇਹ ਛੁੱਟੀ ਦੀ ਜਿਹੜੀ ਆ ਮੰਗ ਆਪਣੀ ਜਿਹੜੀ ਬੰਦ ਨਾ ਕੀਤੀ। ਸੋ ਦੀਨਾ ਭਾਨਾ ਜੀ ਥੋੜੇ ਜਿਹਾ ਜਿੱਦਾਂ ਅੜਬ ਸਵਾਰੇ ਕਹਿ ਸਕਦੇ ਸੀ, ਜਾਂ ਸਮਝਦੇ ਸੀ ਬਾਬਾ ਸਾਹਿਬ, ਕਹਿੰਦੇ ਵੀ ਮੈਂ ਨੌਕਰੀ ਤੇ ਵੀ ਲੱਗਣਾ, ਮੇਰੀ ਨੌਕਰੀ ਵੀ ਬਹਾਲ ਹੋਵੇ, ਤੇ ਪਲੱਸ ਮੈਨੂੰ ਇਹਨਾਂ ਦੀਆਂ ਛੁੱਟੀਆਂ ਵੀ ਮਿਲੇ। ਸੋ ਜਿਹੜੀ ਘਟਨਾ ਦੀਨਾ ਭਾਨਾ ਦੀ, ਫਿਰ ਜਦੋਂ ਉਹਨਾਂ ਨੇ ਨੌਕਰੀ ਤੋਂ ਕੱਢ ਦਿੱਤਾ ਤੇ ਫਿਰ ਇੱਕ ਸਟ੍ਰਾਈਕ ਤੇ ਬੈਠ ਗਏ। ਉਹ ਆਫਟਰ ਆਲ ਜਿਹੜਾ ਐਂਡ ਆਫ ਦੀ ਡੇ ਇੱਕ ਇਹ ਹੁੰਦਾ ਰਸਤਾ ਵੀ ਸਟ੍ਰਾਈਕ ਆਪਾਂ ਕਰ ਦਿੰਨੇ ਆ, ਬਾਕੀ ਮੁਲਾਜ਼ਮਾਂ ਨੂੰ ਨਾਲ ਲੈ ਕੇ ਪ੍ਰੈਸ਼ਰ ਪਾਉਣ ਲਈ ਜਾਂ ਦਬਾਅ ਪਾਉਣ ਲਈ, ਨੌਕਰੀ ਬਹਾਲ ਕਰਾਉਣ ਲਈ। ਸੋ ਇਹ ਸਭ ਕਾਂਸ਼ੀਰਾਮ ਜਿਹੜੀ ਉੱਥੇ ਗ੍ਰੈਜੂਏਟ ਹੋਣ ਕਰਕੇ ਇਹਨਾਂ ਦੇ ਕੋਲ ਜਿਹੜੀ ਇੱਕ ਫਸਟ ਕਲਾਸ ਅਫਸਰ ਦੀ ਨੌਕਰੀ ਸੀਗੀ, ਇੱਕ ਅਧਿਕਾਰੀ ਸੀਗੇ, ਇੱਕ ਮਤਲਬ ਸੀਨੀਅਰ ਅਧਿਕਾਰੀ ਹੋਣ ਦੇ ਨਾਤੇ ਇਹਨਾਂ ਤੱਕ ਵੀ ਗੱਲ ਪਹੁੰਚੀ। ਔਰ ਵੈਸੇ ਤਾਂ ਸਾਹਿਬ ਕਾਂਸ਼ੀਰਾਮ ਨੂੰ ਉੱਥੇ ਦੀ ਸਾਰੀ ਜਿਹੜੀ ਆ ਮੁਲਾਜ਼ਮ ਸਮਝਦੇ ਸ਼ਾਇਦ ਇੱਕ ਬ੍ਰਾਹਮਣ ਕਾਸਟ ਨੂੰ ਬਿਲੋਂਗ ਕਰਦੇ, ਜਾਂ ਕੋਈ ਜਰਨਲ ਕੈਟਾਗਰੀ ਦੇ, ਜਿੱਦਾਂ ਰੰਗ ਰੂਪ ਉੱਚੇ ਲੰਬੇ ਸੀਗੇ, ਸੋਹਣੇ ਸੀ ਕਰਕੇ, ਤੇ ਇਹਨਾਂ ਨੂੰ ਇਹ ਗੱਲ ਦਾ ਪਤਾ ਨਹੀਂ ਸੀ ਕਿਸੇ ਨੂੰ ਵੀ ਇੱਕ ਸ਼ਡਿਊਲ ਕਾਸਟ ਆ। ਸੋ ਜਦੋਂ ਕਿਤੇ ਕਿਤੇ ਘਰ ਤੋਂ ਚਿੱਠੀ ਆਉਂਦੀ ਸੀ ਕਾਂਸ਼ੀਰਾਮ ਲਿਖਿਆ ਕਰਕੇ, ਤੇ ਫਿਰ ਵੀ ਕਈਆਂ ਨੂੰ ਡਾਊਟ ਪੈਂਦੀ, ਕਿਉਂਕਿ ਆਮ ਤੌਰ ਤੇ ਆਪਣੇ ਨਾਵਾਂ ਦੇ ਪਿੱਛੇ ਰਾਮ ਰਾਜ ਕੁਮਾਰ ਹੀ ਹੁੰਦਾ ਆ, ਉੱਥੋਂ ਆਈਡੀਆ ਆਪਾਂ ਲਾ ਲੈਂਦੇ ਆ ਵੀ ਸ਼ੀ ਇਜ਼ ਬਿਲੋਂਗ ਟੂ ਸ਼ਡਿਊਲ ਕਾਸਟ। ਸੋ ਇਸ ਕਰਕੇ ਉਹਨਾਂ ਨੇ ਇਹਨਾਂ ਤੱਕ ਗੱਲ ਕੀਤੀ, ਤੇ ਉਹ ਥੋੜੀ ਬਹੁਤੀ ਸਾਹਿਬ ਕਾਂਸ਼ੀਰਾਮ ਇਸ ਗੱਲ ਨੂੰ ਸਮਝ ਗਏ, ਤੇ ਦੀਨਾ ਭਾਨਾ ਜੀ ਨੂੰ ਪਤਾ ਸੀ ਕਿ ਇੱਕ ਸ਼ਡਿਊਲ ਕਾਸਟ ਆ। ਸੋ ਦੀਨਾ ਭਾਨਾ ਨੇ ਮਤਲਬ ਕੁਛ ਇਹਨਾਂ ਨੂੰ ਇੱਕ ਇਹੋ ਜਿਹੇ ਸ਼ਬਦ ਬੋਲੇ ਵੀ ਤੂੰ ਜਿਸ ਬਦੌਲਤ ਬਾਬਾ ਸਾਹਿਬ ਦੀ ਕਰਕੇ, ਜਾਂ ਜਿਸ ਮਹਾਪੁਰਸ਼ ਦੀ ਬਦੌਲਤ ਤੂੰ ਇਸ ਨੌਕਰੀ ਤੇ ਆਇਆ, ਉਹ ਵੀ ਅੰਬੇਡਕਰ ਦਾ ਕਰਕੇ ਹੀ ਆ, ਤੂੰ ਆਪਣੇ ਆਪ ਨਹੀਂ ਮਤਲਬ ਇਸ ਪੋਸਟ ਤੇ ਆਇਆ। ਸੋ ਤੁਹਾਨੂੰ ਵੀ ਚਾਹੀਦਾ ਕਿ ਤੁਸੀਂ ਮੇਰਾ ਸਾਥ ਦਿਓ, ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਤਥਾਗਤ ਗੌਤਮ ਬੁੱਧ ਦੀ ਛੁੱਟੀ ਜਿਹੜੀ ਆ ਉਹ ਬਹਾਲ ਕਰਾਓ। ਸੋ ਸਾਹਿਬ ਕਾਂਸ਼ੀਰਾਮ ਉਹਨਾਂ ਦੀ ਗੱਲ ਸੁਣੀ, ਤੇ ਨਾਲ ਉਹਨਾਂ ਦੇ ਫਿਰ ਖਾਪੜੇ ਵੀ ਸੀਗੇ। ਆਮ ਤੌਰ ਤੇ ਜਦੋਂ ਆਪਾਂ ਫੋਟੋ ਦੇਖਦੇ ਆ, ਇਹ ਤਿੰਨਾਂ ਦੀ ਇੱਕ ਜੋੜੀ ਆ, ਤਿੰਨਾਂ ਨੇ ਇਕੱਠਿਆਂ ਕੰਮ ਕੀਤਾ। ਉਹ DK ਖਾਪੜੇ ਮਹਾਰਾਸ਼ਟਰ ਨੂੰ ਬਿਲੋਂਗ ਕਰਦੇ ਸੀ। ਸੋ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿਹੜੀ ਆ ਇੱਕ ਕਿਤਾਬ ਆ ਉਹ ਪੜ੍ਹਨ ਵਾਸਤੇ ਸਾਹਿਬ ਕਾਂਸ਼ੀਰਾਮ ਨੂੰ ਦਿੱਤੀ ਹੈ। ਸੋ ਉਹ ਕਿਤਾਬ ਜਾਤ ਪਾਤ ਦਾ ਬੀਜਨਾਸ, ਜਿਹਨੂੰ ਆਪਾਂ ਐਨੀਲੇਸ਼ਨ ਆਫ ਕਾਸਟ ਕਹਿੰਦੇ ਆ। ਸੋ ਉਸ ਕਿਤਾਬ ਨੂੰ ਸਾਹਿਬ ਕਾਂਸ਼ੀਰਾਮ ਨੇ ਇੱਕ ਰਾਤ ਵਿੱਚ ਕਈ ਵਾਰੀ ਪੜ੍ਹਿਆ। ਬਾਰ-ਬਾਰ ਪੜ੍ਹਨ ਤੋਂ ਬਾਅਦ ਉਹ ਜਿਹੜਾ ਸਾਰਾ ਹੀ ਨਿਚੋੜ ਸੀਗਾ ਜਾਤ ਪਾਤ ਦਾ ਬੀਜਨਾਸ, ਉਸ ਕਿਤਾਬ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਲਿਖ ਕੇ ਚਲੇ ਗਏ ਸੀ। ਉਹ ਜਿਹੜੀ ਆਪਾਂ ਕਿਤਾਬ ਜਿਹਨੂੰ ਕਹਿੰਦੇ ਆ, ਉਹ ਇੱਕ ਜਾਤ ਪਾਤ ਤੋੜਕ ਮੰਡਲ ਦੇ ਵਿੱਚ ਇੱਕ ਭਾਸ਼ਣ ਦੇਣਾ ਸੀਗਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ। ਉਹ ਜਿਹੜਾ ਭਾਸ਼ਣ ਦੇ ਨਹੀਂ ਸਕੇ, ਲਾਹੌਰ ਦੇ ਵਿੱਚ ਰੱਖਿਆ ਗਿਆ ਸੀ, ਤੇ ਉਹ ਕੈਂਸਲ ਕਰਤਾ ਸੀ, ਕਿਉਂਕਿ ਇਹ ਭਾਸ਼ਣ ਜਿਹੜਾ ਉਹਨਾਂ ਨੇ ਪਹਿਲਾਂ ਲਿਖਤੀ ਰੂਪ ਵਿੱਚ ਮੰਗਿਆ ਤੇ ਉਹ ਪੜ੍ਹ ਕੇ ਦੇਖਿਆ, ਤੇ ਵੀ ਇਹ ਭਾਸ਼ਣ ਆਮ ਸਮਾਜ ਦੇ ਲੋਕਾਂ ਦੇ ਉੱਤੇ ਸੱਟ ਵੱਜੂਗਾ, ਤੇ ਉਹਨਾਂ ਦੀ ਜਿਹੜੀ ਆ ਗਿਣਤੀ, ਕਿਉਂਕਿ ਉਹਨੂੰ ਜਾਤ ਪਾਤ ਤੋੜਕ ਮੰਡਲ ਜਿਹੜਾ ਸੀ ਉਹਨੂੰ ਚਲਾਉਂਦਾ ਵੀ ਬ੍ਰਾਹਮਣ ਸਮਾਜ ਸੀਗਾ। ਉਹ ਕਹਿੰਦੇ ਵੀ ਅਸੀਂ ਤਾਂ ਚੰਦ ਕੁ ਲੋਕ ਪੜ੍ਹੇ ਲਿਖੇ ਸਮਝਦੇ ਆ, ਜਿਹੜਾ ਸਾਡਾ ਸਮਾਜ ਹੈ ਜਿਨ੍ਹਾਂ ਨੂੰ ਤੁਸੀਂ ਇਹ ਭਾਸ਼ਣ ਦੇਣਾ, ਉਹਨਾਂ ਦੇ ਖਾਨੇ ਗੱਲ ਨਹੀਂ ਪੈਣੀ। ਸੋ ਉਹਦੇ ਤੇ ਇਹਨੇ ਕਿਹਾ ਵੀ ਜੇ ਤੇ ਤੁਸੀਂ ਥੋੜਾ ਬਹੁਤਾ ਤੋੜ ਮਰੋੜ ਕਰ ਲਓ, ਕੋਈ ਸੋਧ ਕਰ ਲਓ, ਕੋਈ ਸ਼ਬਦਾਂ ਦੀ ਹੇਰ ਫੇਰ ਕਰ ਲਓ, ਫਿਰ ਤੁਸੀਂ ਭਾਸ਼ਣ ਦੇ ਸਕਦੇ। ਸੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਇਹਦੇ ਤੇ ਤੁਸੀਂ ਤੋੜ ਮਰੋੜ ਦੀ ਤਾਂ ਇੱਕ ਪਾਸੇ ਗੱਲ ਕਰਦੇ, ਮੇਰਾ ਕੰਨਾ ਬਿੰਦੀ ਤੇ ਟਿੱਪੀ ਤੱਕ ਵੀ ਮੈਂ ਇਹਦੇ ਤੋਂ ਦੂਰ ਨਹੀਂ ਕਰ ਸਕਦਾ, ਹਟਾ ਨਹੀਂ ਸਕਦਾ। ਸੋ ਉਹੀ ਕਿਤਾਬ ਸਾਹਿਬ ਕਾਂਸ਼ੀਰਾਮ ਨੇ ਜਦੋਂ ਪੜ੍ਹੀ, ਪੜ੍ਹਨ ਤੋਂ ਬਾਅਦ ਦੂਸਰੇ ਦਿਨ ਫਿਰ ਸਟ੍ਰਾਈਕ ਦੇ ਵਿੱਚ ਗਏ,
ਜਿੱਥੇ ਉਹ ਬਹਾਲ ਕਰਾਉਣ ਲਈ ਬੈਠੇ ਸੀਗੇ। ਸੋ ਉਹਦੇ ਵਿੱਚ ਫਿਰ ਸਾਹਿਬ ਕਾਂਸ਼ੀ ਨੂੰ ਉਹਨਾਂ ਨੇ ਪੁੱਛਿਆ ਵੀ ਹਾਂਜੀ ਦੱਸੋ ਤੁਸੀਂ ਕੀ ਇਸ ਕਿਤਾਬ ਤੋਂ ਗਿਆਨ ਲਿਆ ਜਾਂ ਪੜ੍ਹਿਆ ਜਾਂ ਤੁਹਾਨੂੰ ਕਿੱਦਾਂ ਲੱਗਾ। ਸੋ ਸਾਹਿਬ ਕਾਂਸ਼ੀ ਰਾਮ ਨੇ ਉਹਨਾਂ ਨੂੰ ਬੜੀ ਇੱਕ ਅਜੀਬ ਜੀ ਗੱਲ ਕਹੀ ਜਿਹਦੀ ਉਹਨਾਂ ਨੂੰ ਸਮਝ ਨਹੀਂ ਲੱਗੀ। ਸੋ ਕਹਿੰਦੇ ਵੀ ਇਸ ਕਿਤਾਬ ਦੇ ਵਿੱਚ ਐਸਾ ਕੁਝ ਤਾਂ ਲਿਖਿਆ ਹੀ ਨਹੀਂ ਜਿੱਥੇ ਗੱਲ ਕਹੀ ਹੋਵੇ ਵੀ ਮੇਰੇ ਜਨਮ ਦਿਨ ਦੀ ਛੁੱਟੀ ਹੋਵੇ ਜੀ, ਵੀ ਜੇ ਤੁਸੀਂ ਛੁੱਟੀ ਦੀ ਮੰਗ ਕਰਦੇ ਆ, ਜਿਨ੍ਹਾਂ ਮਹਾਪੁਰਸ਼ਾਂ ਦੇ ਜਨਮ ਦਿਹਾੜਿਆਂ ਦੀ ਮੰਗ ਕਰਦੇ, ਉਹ ਗੱਲ ਤਾਂ ਲਿਖੀ ਨਹੀਂ ਗਈ ਇਸ ਕਿਤਾਬ ਦੇ ਵਿੱਚ ਜੀ ਬਈ ਛੁੱਟੀ ਹੋਣੀ ਚਾਹੀਦੀ। ਤੇ ਉਹ ਫਿਰ ਸਾਰੇ ਕਹਿਣ ਹੈਰਾਨ ਹੋ ਗਏ ਵੀ ਇਹ ਸਾਹਿਬ ਕਿੱਦਾਂ ਦੀ ਗੱਲ ਕਰ ਰਹੇ। ਫਿਰ ਕਹਿੰਦੇ ਵੀ ਤੁਸੀਂ ਦੱਸੋ ਕੀ ਲਿਖਿਆ। ਉਹ ਕਹਿੰਦੇ ਵੀ ਇਹਦੇ ਵਿੱਚ ਲਿਖਿਆ ਵੀ ਜਿਹੜੀਆਂ ਸਰਕਾਰਾਂ ਤੁਹਾਡੀ ਗੱਲ ਨਹੀਂ ਮੰਨਦੀਆਂ ਉਹਨਾਂ ਸਰਕਾਰਾਂ ਨੂੰ ਬਦਲ ਦਿਓ ਜੀ। ਮਤਲਬ ਉੱਥੋਂ ਮਤਲਬ ਉਹਨੇ ਕਿਹਾ ਵੀ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਜਾਂ ਮੈਨੇਜਮੈਂਟ ਤੁਹਾਡੀ ਗੱਲ ਨਹੀਂ ਮੰਨਦੀ, ਤੁਹਾਡੇ ਹੱਕਾਂ ਅਧਿਕਾਰਾਂ ਦਾ ਜਿਹੜਾ ਅਧਿਕਾਰ ਉਹ ਤੁਹਾਨੂੰ ਨਹੀਂ ਦੇ ਰਹੀ, ਉਹ ਸਰਕਾਰ ਹੀ ਬਦਲ ਦਿਓ। ਸੋ ਉਸ ਗੱਲ ਨੂੰ ਲੈ ਕੇ ਸਾਹਿਬ ਕਾਂਸ਼ੀ ਰਾਮ ਜੀ ਨੇ ਫਿਰ ਅੰਦੋਲਨ ਸ਼ੁਰੂ ਕੀਤਾ ਔਰ ਇੱਥੋਂ ਤੱਕ ਕਿ ਉਹ ਛੁੱਟੀਆਂ ਵੀ ਬਹਾਲ ਕਰਾਈਆਂ ਤੇ ਨਾਲ ਦੀ ਨਾਲ ਦੀਨਾ ਭਾਨਾ ਜੀ ਨੂੰ ਨੌਕਰੀ ਤੇ ਵੀ ਬਹਾਲ ਕਰਾਇਆ। ਸੋ ਇੱਥੋਂ ਇਹਨਾਂ ਦਾ ਇਹ ਅੰਦੋਲਨ ਸ਼ੁਰੂ ਹੋਇਆ। ਬਹੁਤ ਹੀ ਵਧੀਆ, ਕਿਉਂਕਿ ਇਹ ਉਹਨਾਂ ਦਾ ਇੱਕ ਬਹੁਤ ਜੀਵਨ ਦਾ ਇੱਕ ਖਾਸ ਪੱਖ ਸੀਗਾ ਜੀ ਬਿਲਕੁਲ ਕਿ ਜਿਸ ਨੂੰ ਆਪਾਂ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰਨਾ ਚਾਹੀਦਾ ਹੈ। ਜੀ। ਤੇ ਉਸ ਦੇ ਨਾਲ ਜਿਸ ਤਰ੍ਹਾਂ ਉਹਨਾਂ ਨੇ ਬਾਮਸੇਫ ਜੀ ਜੋ ਕਿ ਇੱਕ ਬਹੁਤ ਹੀ ਵੱਡੀ ਇੱਕ ਹੈ ਚੀਜ਼ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਆ, ਜੀ ਉਸ ਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਬਾਮਸੇਫ ਬਣਾਉਣ ਤੋਂ ਪਹਿਲਾਂ ਥੋੜਾ ਜਿਹਾ ਉਹਨਾਂ ਨੇ ਆਪਣੇ ਡਿਪਾਰਟਮੈਂਟ ਵਿੱਚ ਜਿਹੜੇ ਆਲ ਇੰਡੀਆ SC ST EMPLOYEES ਫੈਡਰੇਸ਼ਨ ਨਾਂ ਦੀ ਇੱਕ ਸੰਸਥਾ ਬਣਾਈ ਜਿਹੜੀ ਚਲਾਈ ਆ। ਸੋ ਉਸ ਸੰਸਥਾ ਦਾ ਕੰਮ ਸੀਗਾ ਵੀ ਮੁਲਾਜ਼ਮਾਂ ਦੇ ਜਿਹੜੇ ਆ ਅਧਿਕਾਰਾਂ ਦੀ ਰਾਖੀ ਕਰਨੀ। ਸੋ ਉਹ ਚਲਾਈ ਫਿਰ ਉਦੋਂ 1964 ਤੱਕ 6 ਸਾਲ ਦੀ ਨੌਕਰੀ ਦੌਰਾਨ ਉਹਨਾਂ ਨੇ ਕਾਫੀ ਸਾਰੇ ਮੁਲਾਜ਼ਮਾਂ ਨੂੰ ਆਪਣੇ ਨਾਲ ਜੋੜਿਆ। ਸੋ ਉਸੇ ਦੌਰਾਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿਹੜੀ ਆਪਣੇ ਹੋਰ ਚੱਲਦੀਆਂ ਸੀਗੀਆਂ ਪਾਰਟੀਆਂ ਜਾਂ ਮਤਲਬ ਹੋਰ ਜਿਹੜੀਆਂ ਲਹਿਰਾਂ ਉਹਨਾਂ ਦੇ ਵਿੱਚ ਵੀ ਆਪਣਾ ਯੋਗਦਾਨ ਦਿੰਦੇ ਰਹੇ ਮਿਸ਼ਨ ਮੂਵਮੈਂਟ ਨੂੰ ਅੱਗੇ ਵਧਾਉਣ ਲਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ। ਸੋ ਜਦੋਂ 64 ਤੱਕ ਫਿਰ ਉਹਨੇ ਦੇਖਿਆ ਵੀ ਇਹ ਜਿਹੜਾ ਮਸਲਾ ਹੱਲ ਨਹੀਂ ਹੋਣਾ, ਵੀ ਇਹਨੂੰ ਅੰਦੋਲਨ ਨੂੰ ਰਾਸ਼ਟਰੀ ਅੰਦੋਲਨ ਬਣਾਉਣਾ ਪੈਣਾ, ਮੈਨੂੰ ਸਾਰੇ ਭਾਰਤ ਵਿੱਚ ਲੈ ਕੇ ਜਾਣਾ। ਸੋ ਉਹਨਾਂ ਨੇ ਫਿਰ 30 ਸਾਲ ਦੀ ਉਮਰ ਦੇ ਵਿੱਚ 1964 ਦੇ ਵਿੱਚ ਆਪਣੀ ਨੌਕਰੀ ਤੋਂ ਜਿਹੜਾ ਅਸਤੀਫਾ ਦੇ ਦਿੱਤਾ। ਸੋ ਜਿਹੜਾ ਉਸ ਅਸਤੀਫਾ ਦੇਣ ਤੋਂ ਪਹਿਲਾਂ ਔਰ 22 ਸਫ਼ਿਆਂ ਦੀ ਇੱਕ ਜਿਹੜੀ ਚਿੱਠੀ ਆਪਣੇ ਘਰ ਜਾਂ ਆਪਣੇ ਮਾਤਾ ਜੀ ਨੂੰ ਲਿਖੀ, ਉਹਦੇ ਵਿੱਚ ਜਿਹੜੇ ਉਹਨਾਂ ਨੇ ਤਿਆਗ ਆਪਣੇ ਆਪ ਨੂੰ ਕੀਤੇ ਆ ਵੀ ਮੈਂ ਸ਼ਾਦੀ ਨਹੀਂ ਕਰਾਵਾਂਗਾ, ਮੈਂ ਜ਼ਮੀਨ ਜਾਇਦਾਦ ਨਹੀਂ ਬਣਾਵਾਂਗਾ, ਮੈਂ ਬੈਂਕ ਅਕਾਊਂਟ ਨਹੀਂ ਬਣਾਵਾਂਗਾ, ਮੈਂ ਆਪਣੀ ਪ੍ਰਾਪਰਟੀ ਨਹੀਂ ਬਣਾਵਾਂਗਾ। ਇਹ ਸਾਰੀਆਂ ਚੀਜ਼ਾਂ ਲਿਖ ਕੇ ਆਪਣੇ ਪਰਿਵਾਰ ਨੂੰ ਵੀ ਕਿਸੇ ਵੀ ਮੈਂ ਖੁਸ਼ੀ ਗਮੀ 'ਚ ਸ਼ਾਮਲ ਨਹੀਂ ਹੋਵਾਂਗਾ, ਕੋਈ ਵੀ ਮੇਰਾ ਪਰਿਵਾਰ ਦੇ ਨਾਲ ਨਾਤਾ ਨਹੀਂ ਹੋਵੇਗਾ। ਸੋ ਸਾਰੀ ਚਿੱਠੀ ਲਿਖ ਕੇ ਆਪਣੇ ਘਰ ਭੇਜਤੀ ਔਰ ਉਹ ਚਿੱਠੀ ਜਦੋਂ ਘਰ ਚਲੇ ਜਾਂਦੀ ਆ ਤੇ ਮਾਤਾ ਜੀ ਜਿਹੜੀ ਆਪਣੇ ਉਹ ਚਿੱਠੀ ਪੜ੍ਹ ਕੇ ਇਹਨਾਂ ਦੇ ਕੋਲ ਵਾਪਸ ਫਿਰ ਪੂਨੇ ਆਉਂਦੇ ਆ। ਪੂਨੇ ਆ ਕੇ ਇਹਨਾਂ ਨੂੰ ਮਨਾਉਂਦੇ ਆ ਵੀ ਆਪਣੇ ਘਰ ਚਲੋ, ਤੇਰੇ ਛੋਟੇ ਭੈਣ ਭਰਾ ਹੈਗੇ ਆ, ਤੇਰੇ ਪਿਤਾ ਜੀ ਆ, ਤੈਨੂੰ ਬਹੁਤ ਯਾਦ ਕਰਦੇ। ਤੇ ਇਹ ਆਪਣੀ ਮਾਤਾ ਨੂੰ ਕਹਿੰਦਾ ਵੀ ਮੈਂ ਆਪਣਾ ਜਿਹੜਾ ਫੈਸਲਾ ਕਰ ਲਿਆ, ਹੁਣ ਮੇਰਾ ਜਿਹੜਾ ਸਮਾਜ ਆ ਇਹੀ ਮੇਰਾ ਆ ਤੇ ਜਿਹੜੀ ਮੇਰਾ ਆਹ ਬਾਬਾ ਸਾਹਿਬ ਡਾਕਟਰ ਦਾ ਅੰਦੋਲਨ ਹੈ ਇਹ ਮੇਰਾ ਜਿਹੜਾ ਹੁਣ ਲਕਸ਼ ਹੈਗਾ ਆ। ਸੋ ਇਸ ਕਰਕੇ ਉਹ ਘਰ ਨਹੀਂ ਜਾਂਦੇ ਔਰ ਮਾਤਾ ਜੀ ਖਿੱਚਦੇ ਆ, ਖਿੱਚ ਕੇ ਉਹਨਾਂ ਦੇ ਨਾਲ ਮਤਲਬ ਗੱਲਬਾਤ ਕਰਦੇ ਵੇ। ਸਾਹਿਬ ਕਾਂਸ਼ੀ ਰਾਮ ਇੰਨੀਆਂ ਕਿਤਾਬਾਂ 'ਚ ਖੁੱਭ ਜਾਂਦੇ ਆ ਤੇ ਉਹਦੇ ਨਾਲ ਗੱਲ ਕਰਨ ਲਈ ਸਮਾਂ ਨਹੀਂ ਦਿੰਦੇ ਔਰ ਇੱਕ ਵਾਰੀ ਖਿੱਚ ਕੇ ਮਾਤਾ ਜੀ ਇਹਨਾਂ ਨੂੰ ਮਤਲਬ ਕਿਤਾਬ ਵੀ ਖੋਲ ਲੈਂਦੀ ਵੀ ਤੂੰ ਇਹਨਾਂ ਚੋਂ ਕੀ ਲੱਭਦਾ। ਤੇ ਫਿਰ ਉੱਥੇ ਕਹਿੰਦੇ ਵੀ ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਇਹਨਾਂ ਕਿਤਾਬਾਂ 'ਚ ਇੱਕ ਕੁੰਜੀ ਜਿਹੜੇ ਛੱਡ ਗਿਆ, ਜਿਹਨੂੰ ਆਪਾਂ ਗੁਰਕੀਲੀ ਕਹਿ ਸਕਦੇ ਹਾਂ ਜਾਂ ਸੱਤਾ ਦੀ ਇੱਕ ਚਾਬੀ, ਮੈਂ ਉਹ ਲੱਭਦਾ। ਜਿਸ ਦਿਨ ਮੈਨੂੰ ਉਹ ਲੱਭ ਗਈ ਤੇ ਮੈਂ ਇਹ ਸਮਾਜ ਦਾ ਜਿਹੜਾ ਭਲਾ ਕਰ ਦੇਵਾਂਗਾ। ਬਹੁਤ ਹੀ ਵਧੀਆ, ਜਿਸ ਤਰ੍ਹਾਂ ਜਖੂ ਸਾਹਿਬ ਬਹੁਤ ਹੀ ਅੱਛੀ ਜਾਣਕਾਰੀ ਤੁਸੀਂ ਦਿੱਤੀ ਹੈ। ਇਸੇ ਨੂੰ ਇਸੇ ਤਰ੍ਹਾਂ ਲਗਾਤਾਰ ਜਾਰੀ ਰੱਖਾਂਗੇ। ਸਾਡੇ ਨਾਲ ਲਾਈਵ ਕਾਲਰ ਜੁੜੇ ਹਨ, ਉਹਨਾਂ ਨੂੰ ਜਰੂਰ ਸ਼ਾਮਲ ਕਰਨਾ ਚਾਹਾਂਗੇ। ਹਾਂਜੀ, ਨਮੋ ਬੁੱਧਾ, ਜੈ ਭੀਮ ਜੀ, ਲੋਟਸ ਟੀਵੀ ਤੇ ਵੈਲਕਮ ਹੈ ਤੁਹਾਡਾ ਜੀ। ਕਿੱਥੋਂ ਤੇ ਕੌਣ? ਹੈਲੋ, ਨਮੋ ਬੁੱਧਾ, ਜੈ ਭੀਮ ਜੀ। ਨਮੋ ਬੁੱਧਾ, ਜੈ ਭੀਮ। ਮੈਂ ਫਕੀਰ ਚੌਹਾਨ ਬੋਲ ਰਿਹਾ ਬਰਮਿੰਘਮ ਤੋਂ। ਬਿਲਕੁਲ ਚੌਹਾਨ ਸਾਹਿਬ, ਤੁਹਾਡਾ ਪਹਿਲਾਂ ਤੇ ਲੋਟਸ ਟੀਵੀ ਤੇ ਬਹੁਤ-ਬਹੁਤ ਵੈਲਕਮ ਤੇ ਨਾਲ ਤੁਹਾਨੂੰ ਅਸੀਂ ਤੁਹਾਡੇ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹਾਂ। ਬਹੁਤ ਧੰਨਵਾਦ। ਕਿਉਂਕਿ ਅੱਜ ਆਪ ਜਿਹੜਾ ਮਾਨਵਰ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਤੇ ਜਾਣਕਾਰੀ ਦੇ ਰਹੇ ਹੋ ਜੀ, ਇਹ ਬਹੁਤ ਸ਼ਲਾਘਾਯੋਗ ਕਾਰਜ ਹੈ ਜੀ। ਕਿਉਂਕਿ ਦੇਖੋ ਜਿਹੜਾ ਜੋ ਕੁਝ ਆਪਾਂ ਜਦ ਮਿਸ਼ਨ ਨੂੰ ਪੜ੍ਹਦੇ ਹਾਂ, ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ 1956 ਦੇ ਵਿੱਚ ਜਾਨੀ ਇਸ ਸਮਾਜ ਨੂੰ ਕਿਹਾ ਸੀਗਾ ਵੀ ਜਿਹੜਾ ਮੈਂ ਕਾਰਵਾਂ ਲਿਆਇਆ ਇਹ ਰੁਕੇ ਨਾ ਜੀ। ਕਿਉਂਕਿ ਦੇਖੋ ਉਹਨੀ ਤਾਂ 40 ਸਾਲ ਇੱਧਰ ਹੀ ਲਾਤੇ ਸੀ ਜੀ, ਪਰ ਆਪਾਂ ਜਦ ਇਹਦਾ ਸਾਰਾ ਵਿਸ਼ਲੇਸ਼ਣ ਕਰਦੇ ਹਾਂ ਵੀ ਕਾਰਵਾਂ ਰੁਕ ਗਿਆ ਸੀ ਜੀ।
ਮਾਨਵਰ ਕਾਂਸ਼ੀ ਰਾਮ ਜੀ ਚਾਹੁੰਦੇ ਉਹ ਤਾਂ ਸਾਰੀ ਜ਼ਿੰਦਗੀ ਉਹ ਕੰਮ ਕਰ ਸਕਦੇ ਸੀ, ਅਫਸਰ ਬਣੇ ਰਹਿ ਸਕਦੇ ਸੀ ਜੀ। ਪਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੀ ਐਨਹੀਲੇਸ਼ਨ ਆਫ ਕਾਸਟ ਪੜ੍ਹਨ ਤੋਂ ਬਾਅਦ ਹੀ ਉਹਨੇ ਸੰਕਲਪ ਕਰ ਲਿਆ ਵੀ ਮੈਂ ਆਪਣਾ ਸਾਰਾ ਜੀਵਨ ਜਾਣੀ ਇੱਧਰ ਜਾਣੀ ਬਹੁਜਨ ਸਮਾਜ ਕਾਰਵਾਂ ਨੂੰ ਅੱਗੇ ਲਾਵਾਂਗਾ ਜੀ। ਔਰ ਇਹ ਦੇਖੋ ਹੁਣ ਜਿੱਦਾਂ ਆਪਾਂ ਤਾਂ ਇੱਥੇ ਯੂਕੇ ਦੇ ਵਿੱਚ ਰਹਿੰਦੇ ਆ, ਪਰ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਜਦ ਉਹਨੇ ਮਤਲਬ ਇਹ ਕਾਰਵਾਂ ਨੂੰ ਸ਼ੁਰੂ ਕੀਤਾ ਤਾਂ ਫਿਰ ਉਹ 1985 ਚ 18 ਦਿਨ ਲਈ ਇੱਥੇ ਯੂਕੇ ਵੀ ਆਏ ਸੀ ਜੀ। ਕਿਉਂਕਿ ਜਿਹੜਾ ਸਾਨੂੰ ਉਹਨਾਂ ਬਾਰੇ ਜਾਣਕਾਰੀ ਮਿਲੀ ਹੈ ਜਾਂ ਕਿੱਦਾਂ ਆ, ਸਾਨੂੰ ਪਹਿਲਾਂ ਕੋਈ ਜਾਣਕਾਰੀ ਪੂਰੀ ਨਹੀਂ ਸੀ ਜੀ। ਉਹ 18 ਦਿਨ ਜਾਨੀ ਇੱਥੇ ਇੰਨਾ ਰੁਝੇਵੇਂ ਦੇ ਵਿੱਚ ਰਹੇ। ਔਰ ਜਾਨੀ ਖਾਸ ਤੌਰ ਤੇ ਮੈਂ ਦੱਸਣਾ ਚਾਹੁੰਦਾ ਵੀ ਇੱਥੇ ਇੰਟਰਨੈਸ਼ਨਲ ਕਾਨਫਰੰਸ ਹੋਈ ਸੀ ਵੈਸਟ ਬ੍ਰੌਂਚ ਟਾਊਨ ਹਾਲ 'ਚ ਜੀ। ਉਹਦੇ ਲਈ ਆਵਾਜ਼ ਸੀ ਜੀ। ਉਸ ਕਾਨਫਰੰਸ ਨੂੰ ਕਾਮਯਾਬ ਕਰਾਉਣ ਲਈ ਇੱਥੇ 4 ਸੰਸਥਾ ਜਿਹੜੀਆਂ ਅੰਬੇਦਕਰ ਬੁੱਧਿਸਟ ਕਾਉਂਸਲ ਸੀਗੀਆਂ, ਡਾਕਟਰ ਅੰਬੇਦਕਰ ਬੁੱਧਿਸਟ ਸੋਸਾਇਟੀ ਬਰਮਿੰਘਮ, ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟਨ, ਅੰਬੇਦਕਰ ਇੰਟਰਨੈਸ਼ਨਲ ਮਿਸ਼ਨ ਲੰਡਨ ਤੇ ਡਾਕਟਰ ਵੈਲਫੇਅਰ ਟਰਸਟ ਲੈਚਵਰਥ ਜੀ। ਕਿਉਂਕਿ ਜਿਹੜਾ ਜਿੰਨੀ ਵੀ ਸਾਥੀਆਂ ਨੇ ਦੇਖੋ ਡਾਕਟਰ ਚਮਨ ਲਾਲ ਮੰਮਨ ਰਹੇ ਨਹੀਂ ਔਰ ਸਵਰਨ ਚੰਦ ਸੁਮਨ ਜਿਹੜੇ ਲੈਕਚਰਰ ਸੋ ਨਹੀਂ ਰਹੇ ਜਾਣੀ ਨਹੀਂ ਇੰਨਾ ਕੰਮ ਕੀਤਾ ਔਰ ਉਹਨਾਂ ਤੋਂ ਪੂਰੀ ਜਾਣਕਾਰੀ ਹਾਸਲ ਕੀਤੀ ਜੀ। ਔਰ ਸਭ ਤੋਂ ਜ਼ਿਆਦਾ ਮੈਂ ਉਹਨਾਂ ਤੋਂ ਪ੍ਰੇਰਿਤ ਹੋਇਆ ਜੀ। ਕਿਉਂਕਿ ਉਹਨੀ ਜਿਹੜੀ ਅੰਗਰੇਜ਼ੀ ਦੀ ਕਿਤਾਬ ਇਰਾ ਆਫ ਸਟੂਜਸ ਆ ਉਹ ਮੈਨੂੰ ਦਿੱਤੀ ਸੀ ਪਹਿਲਾਂ ਮੈਂ ਉਹੀ ਪੜ੍ਹੀ ਆ ਕਿਉਂਕਿ ਹੁਣ ਤਾਂ ਹਿੰਦੀ ਦੇ ਵਿੱਚ ਵੀ ਅਨੁਵਾਦ ਹੋ ਚੁੱਕਾ ਕਿਉਂਕਿ ਉੱਥੇ ਸਾਰੀ ਜਾਣਕਾਰੀ ਕੀਤੀ ਵੀ ਉਹ ਜਾਣੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਤੋਂ ਬਾਅਦ ਜਿੱਦਾਂ ਉਹਨੇ ਜਾਣੀ ਸੋਚ ਸਮਝ ਕੇ ਇਸ ਮਿਸ਼ਨ ਨੂੰ ਅੱਗੇ ਚਲਾਇਆ ਜੀ। ਹੁਣ ਤੁਸੀਂ ਦੇਖੋ ਵੀ ਜਿਹੜਾ ਉਹ ਚਮਚਾ ਯੁੱਗ ਤੇ ਹੀ ਆਪਾਂ ਜ਼ਿਕਰ ਕਰਦੇ ਆ ਵੀ ਉਸ ਵੇਲੇ ਇੰਦਰਾ ਗਾਂਧੀ ਕਿੰਨੀ ਉਹ ਤਾਕਤਵਰ ਪ੍ਰਾਈਮ ਮਿਨਿਸਟਰ ਸੀ ਜੀ। ਔਰ ਇਹ ਜਿਹੜਾ ਕਾਰਵਾ ਰੁਕਿਆ ਸੀ ਇਹ ਜਾਣੀ ਗਾਂਧੀ ਜੀ ਹੈ ਨਾ ਉਹ ਪੂਨਾ ਪੈਕਟ ਨਾ ਠੋਸਦਾ ਤਾਂ ਇਹ ਕਾਰਵਾ ਜਿਹੜਾ ਆ ਇਹ ਤਾਂ ਬਹੁਤ ਅੱਗੇ ਚੱਲ ਜਾਣਾ ਸੀ ਜੀ। ਵੋਟ ਦੇ ਅਧਿਕਾਰ ਦੇ ਨਾਲ ਜਦ ਸੰਵਿਧਾਨ ਲਾਗੂ ਹੋਣ ਤੋਂ ਬਾਅਦ 10 ਸਾਲ ਦੇ ਵਿੱਚ ਭਾਰਤ ਦੇ ਵਿੱਚ ਬਹੁਜਨ ਸਮਾਜ ਦਾ ਰਾਜ ਹੋਣਾ ਸੀ ਜੀ। ਪਰ ਇਹ ਜਿਹੜੇ ਚਮਚੇ ਆ ਗਿਆ ਜਾਨੀ ਇਹ ਉੱਚੀ ਜਾਤੀ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਵਰਤਦੀਆਂ ਜੀ। ਉਹਨਾਂ ਨੂੰ ਅੱਗੇ ਲਿਆ ਕੇ ਉਹ ਉਸੇ ਹੀ ਸਮਾਜ ਦੇ ਵਿਰੁੱਧ ਵਰਤਦੀਆਂ ਜੀ। ਇਸ ਕਰਕੇ ਰੁਕਾਵਟ ਖੜੀ ਰਹੀ। ਉਹ ਦੇਖੋ ਜਿਹੜਾ ਹੁਣ ਜਾਦੂ ਨੇ ਇਹ ਕਿਤਾਬ ਰਿਲੀਜ਼ ਕੀਤੀ ਹੈ ਉਸ ਵੇਲੇ ਇੰਦਰਾ ਗਾਂਧੀ ਜਾਨੀ ਨੇ ਉਹਨੀ ਜਸ਼ਨ ਮਨਾਉਣ ਲਈ ਤਿਆਰੀ ਕੀਤੀ ਹੋਈ ਸੀ ਜੀ। ਵੀ ਅਸੀਂ ਪੂਨਾ ਸਮਝੌਤਾ ਦਾ ਜਾਨੀ ਗੋਲਡਨ ਜੁਬਲੀ ਮਨਾਉਣੀ ਹੈ ਔਰ ਉਹ ਨਾ ਪਾਉਣਾ ਸੀ ਪੁੰਨੇ ਜੀ। ਯਾਨੀ ਉਹ ਜਿਸ ਵੇਲੇ ਮਾਨਵਰ ਕਾਂਸ਼ੀ ਰਾਮ ਨੇ ਐਲਾਨ ਕੀਤਾ ਵੀ ਅਸੀਂ ਤਾਂ ਸਰਕਾਰ ਦਿਵਸ ਮਨਾਵਾਂਗੇ ਜੀ। ਕਿਉਂਕਿ ਸਾਡੇ ਲਈ ਤਾਂ ਖੁਸ਼ੀ ਦੀ ਗੱਲ ਹੀ ਨਹੀਂ ਤਾਂ ਉਹ ਜਾਨੀ ਇੰਨਾ ਉਹਨੀ ਤਾਕਤ ਦੇ ਨਾਲ ਮਨਾਇਆ ਵੀ ਜਿੰਨੇ ਭਾਰਤ ਦੇ ਜ਼ਿਲ੍ਹੇ ਆ ਹਰੇਕ ਜਗ੍ਹਾ ਰੋਸ ਪ੍ਰਦਰਸ਼ਨ ਕੀਤੇ ਔਰ ਇੰਦਰਾ ਗਾਂਧੀ ਚੌਗੇ ਉਹ ਆਈ ਨਹੀਂ ਜਾਨੀ ਉਹ ਉਸ ਨੇ ਮਾਨਵਰ ਕਾਂਸ਼ੀ ਰਾਮ ਨੇ ਪੂਨਾ ਵਿਖੇ ਇਹ ਚਮਚਾ ਜੁਗ ਰਿਲੀਜ਼ ਕੀਤੀ ਹੈ। ਬਹੁਤ ਹੀ ਵਧੀਆ ਜੀ। ਕਿਉਂਕਿ ਜੋ ਕੁਝ ਉਹ ਮਤਲਬ ਸਾਨੂੰ ਦੱਸ ਕੇ ਗਏ ਆ ਜਾਨੀ ਸਾਨੂੰ ਜਿਹੜਾ ਵੋਟ ਦਾ ਅਧਿਕਾਰ ਦੇ ਕੇ ਗਏ ਆ ਇਹਦੇ ਨਾਲ ਬਹੁਜਨ ਸਮਾਜ ਭਾਰਤ ਦੀ ਸੱਤਾ ਪ੍ਰਾਪਤ ਕਰ ਸਕਦਾ ਜੀ। ਅੱਜ ਉਹਨਾਂ ਦੇ ਜਨਮ ਦਿਨ ਤੇ ਇਹੀ ਸਾਨੂੰ ਸੰਕਲਪ ਕਰਨਾ ਚਾਹੀਦਾ। ਜੈ ਭੀਮ, ਜੈ ਭਾਰਤ, ਜੈ ਕਾਂਸ਼ੀ ਰਾਮ। ਬਹੁਤ ਬਹੁਤ ਧੰਨਵਾਦ ਚੌਹਾਨ ਸਾਹਿਬ, ਬਹੁਤ ਡੂੰਘੀ ਜਾਣਕਾਰੀ ਬਹੁਤ ਥੋੜੇ ਸਮੇਂ ਦੇ ਵਿੱਚ ਸਾਡੇ ਨਾਲ ਸ਼ੇਅਰ ਕੀਤੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ। ਤੇ ਜਿਸ ਤਰ੍ਹਾਂ ਸਮਾਂ ਬਹੁਤ ਤੇਜ਼ੀ ਨਾਲ ਜਾ ਰਿਹਾ ਜਖੂ ਸਾਹਿਬ, ਜਿਸ ਤਰ੍ਹਾਂ ਖਾਸ ਜਿਹੜੇ ਪਹਿਲੂ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਪੁੱਛਿਆ ਹੈ ਕਿ ਬਾਮਸੇਫ, DS4 ਇਹ ਜਿਹੜੀਆਂ 2 ਸੰਗਠਨ ਹੈਗੇ ਆ ਇਹਦੇ ਵਿੱਚ ਉਹਨਾਂ ਦਾ ਬਹੁਤ ਦੇਣ ਹੈ ਤੇ ਕੀ ਤੁਸੀਂ ਸਾਡੇ ਨਾਲ ਇਹਦੇ ਬਾਰੇ ਸਾਂਝਾ ਪਾਓਗੇ? ਬਿਲਕੁਲ ਜੀ ਬਿਲਕੁਲ। ਜਿਹੜੀ ਆਪਣੇ ਸਾਹਿਬ ਕਾਂਸ਼ੀ ਰਾਮ ਨੇ ਫਿਰ 64 ਚ ਨੌਕਰੀ ਛੱਡੀ ਹੈ, ਛੱਡਣ ਤੋਂ ਬਾਅਦ ਫਿਰ 7 ਸਾਲ ਜਿਹੜਾ ਉਹਨਾਂ ਨੇ ਸਮਾਜ ਦੇ ਵਿੱਚ ਸਾਰੇ ਭਾਰਤ ਵਿੱਚ ਕੰਮ ਕੀਤਾ ਤੇ 1971 ਚ ਇੱਕ ਆਵਾਮ ਸੇਵ ਦਾ ਜਿਹੜਾ ਇਹ ਆਪਾਂ ਇੱਕ ਢਾਂਚਾ ਤਿਆਰ ਕੀਤਾ, ਇੱਕ ਉਹਨਾਂ ਨੇ ਉਹਦੀ ਰੂਪ ਰੇਖਾ ਬਣਾਈ ਆ 1971 ਦੇ ਵਿੱਚ ਜੀ। ਇਹ ਆਵਾਮ ਸੇਵ ਬੈਕਵਰਡ ਐਂਡ ਕਮਿਊਨਿਟੀ ਐਂਡ EMPLOYEES ਫੈਡਰੇਸ਼ਨ। ਸੋ 1971 ਚ ਬਸ ਉਹਨਾਂ ਨੇ ਇੱਕ ਇਹਦੀ ਰੂਪ ਰੇਖਾ ਬਣਾ ਕੇ ਤੇ ਇਹਦੇ ਲਈ ਲਗਭਗ 7 ਸਾਲ ਜਿਹੜਾ ਕੰਮ ਕੀਤਾ ਆ ਵੀ ਵੱਧ ਤੋਂ ਵੱਧ ਉਸ ਸਮੇਂ ਤੱਕ ਇਹਨਾਂ ਨੇ ਕਿਹਾ ਸੀ ਵੀ ਜੇ ਇਸ ਸੰਸਥਾ ਚ ਇਹ ਘੱਟੋ ਘੱਟ 2 ਲੱਖ ਤੋਂ ਉੱਪਰ ਜਿਹੜੇ ਮੁਲਾਜ਼ਮ ਆ ਇਹਦੇ ਚ ਉਸ ਸਮੇਂ ਦੱਸਦੇ ਵੀ 18 ਲੱਖ ਆਪਣੇ ਮੁਲਾਜ਼ਮ ਜਿਹੜੇ ਸਰਕਾਰੀ ਨੌਕਰੀ ਚਲੇ ਗਏ ਸੀ। ਸੋ 2 ਲੱਖ ਤੋਂ ਉੱਪਰ ਮੈਂਬਰ ਹੋਣ ਤੋਂ ਬਾਅਦ ਫਿਰ 6 ਦਸੰਬਰ 1978 ਨੂੰ ਦਿੱਲੀ ਰਾਮਲੀਲਾ ਗਰਾਊਂਡ ਦੇ ਵਿੱਚ ਵੀ ਇਹਨਾਂ ਨੇ ਇਹ ਜਿਹੜੀ ਵਾਮਸੇਵ ਜਿਹੜੀ ਅਨਾਉਂਸ ਕੀਤੀ ਆ ਮੁਲਾਜ਼ਮਾਂ ਦੀ ਇੱਕ ਜਥੇਬੰਦੀ ਤੇ ਇਹ ਫਿਰ ਇਹਨੇ ਭਾਰਤ ਵਿੱਚ ਵੱਡੇ ਪੱਧਰ ਤੇ ਜਿਹੜਾ ਕੰਮ ਕੀਤਾ ਤੇ ਅੱਜ ਵੀ ਜਿਹੜੀ ਆਪਾਂ ਵਾਮਸੇਵ, DS4 ਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਪਤਾਮਾ ਕਹਿ ਕੇ ਇਹਨਾਂ ਨੂੰ ਜਾਣਿਆ ਜਾਂਦਾ ਕਿਉਂਕਿ ਤਿੰਨੇ ਜਿਹੜੀਆਂ ਸੰਗਠਨ ਹੈ ਇਹਨਾਂ ਦੀ ਦੇਣ ਆ ਔਰ ਇਹਨਾਂ ਨੇ ਸ਼ੁਰੂ ਕੀਤੇ ਵਾਮਸੇਵ ਤੇ ਵਾਮਸੇਵ ਤੋਂ ਬਾਅਦ ਫਿਰ
6 ਦਸੰਬਰ 1981 ਨੂੰ ਡੀਐਸ4 ਬਣੇ, ਕਿਉਂਕਿ ਬਾਮਸਰ ਕਰੋੜਾਂ ਤੇ ਜਿਹੜਾ ਸਟਰਗਲ ਨਹੀਂ ਸੀ ਕਰ ਸਕਦੇ, ਇੱਕ ਅੰਦੋਲਨ ਨਹੀਂ ਸੀ ਕਰ ਸਕਦੀ ਮੁਲਾਜ਼ਮ ਹੋਣ ਦੇ ਨਾਤੇ। ਫਿਰ ਡੀਐਸ4 ਦਲਿਤ ਸ਼ੋਸ਼ਲ ਸਮਾਜ ਸੰਘਰਸ਼ ਸੰਮਤੀ ਬਣਾਈ, ਉਹ ਵੀ 6 ਦਸੰਬਰ 1981। ਬਹੁਤ ਹੀ ਵਧੀਆ। ਤੇ ਜਿਸ ਤਰ੍ਹਾਂ ਆਪਾਂ ਦੇਖਿਆ ਜਾਵੇ ਕਿ ਬਾਬੂ ਕਾਂਸ਼ੀ ਰਾਮ ਜੀ ਦਾ ਜਿਹੜਾ ਸਮਾਂ ਆ, ਜਦੋਂ ਇਹਨਾਂ ਦਾ ਅੰਦੋਲਨ ਸ਼ੁਰੂ ਹੋ ਗਿਆ, ਉਸ ਸਮੇਂ ਦੇ ਵਿੱਚ ਪੰਜਾਬ 'ਚ ਤਾਂ ਇੱਕ ਪਾਸੇ ਪੂਰੇ ਹੀ ਇੰਡੀਆ ਦੀਆਂ ਕੰਧਾਂ ਤੇ ਦੀਵਾਰਾਂ ਤੇ ਬਹੁਤ ਸਾਰੇ ਸਲੋਗਨਸ ਦੇਖਣ ਨੂੰ ਮਿਲੇ, ਜਿਹੜੇ ਕਿ ਬਹੁਤ ਹੈਰਾਨੀਜਨਕ ਸੀਗੇ ਔਰ ਹਰ ਆਮ ਵਿਅਕਤੀ ਦੀ ਸਮਝ ਵਿੱਚ ਆਉਣ ਵਾਲੇ ਸੀਗੇ। ਕੀ ਤੁਸੀਂ ਅੱਜ ਕੁਝ ਸਾਡੇ ਨਾਲ ਸਾਂਝੇ ਕਰੋਗੇ ਕਿ ਕਿਸ ਤਰ੍ਹਾਂ ਦੇ ਉਹਨਾਂ ਦੇ ਨਾਅਰੇ ਸਨ? ਬਿਲਕੁਲ ਜੀ, ਇਸ ਸਮੇਂ ਦੇ ਦੌਰਾਨ ਚ ਸਾਹਿਬ ਕਾਂਸ਼ੀ ਰਾਮ ਜੀ ਨੇ ਪਹਿਲਾਂ ਤਾਂ ਇਹਨਾਂ ਨੇ ਇੱਕ ਇਹ ਗੱਲ ਕਹੀ ਵੀ ਜਿਸ ਸਮਾਜ ਲਈ ਤੁਸੀਂ ਕੰਮ ਕਰਨਾ ਆ, ਉਸ ਸਮਾਜ ਨੂੰ ਸਮਝਣਾ ਜ਼ਰੂਰੀ ਆ। ਬਿਲਕੁਲ, ਜਦ ਤੱਕ ਤੁਸੀਂ ਉਸ ਸਮਾਜ ਨੂੰ ਸਮਝਦੇ ਨੇਗੇ ਤਦ ਤੱਕ ਉਸ ਸਮਾਜ ਵਿੱਚ ਕੰਮ ਨਹੀਂ ਕਰ ਸਕਦੇ। ਤੇ ਸਾਹਿਬ ਕਾਂਸ਼ੀ ਰਾਮ ਨੇ 1981 ਤੱਕ ਇਸ ਸਮਾਜ ਨੂੰ ਸਮਝ ਲਿਆ ਸੀ ਤੇ ਇਹਨਾਂ ਦੀ ਭਾਸ਼ਾ ਦੇ ਵਿੱਚ, ਇਹਨਾਂ ਦੀ ਬੋਲਚਾਲ ਦੇ ਵਿੱਚ ਇੱਕ ਨਾਅਰੇ ਜਿਹੜੇ ਤਿਆਰ ਕੀਤੇ ਸੀਗੇ। ਸੋ ਦੋ ਚਾਰ ਆਪਾਂ ਜ਼ਰੂਰ ਸਾਂਝੇ ਕਰਾਂਗੇ, ਬਾਕੀ ਸਮੇਂ ਦੀ ਬਹੁਤ ਛੋਟਾ ਸਮਾਂ ਬੜੀ ਤੇਜ਼ ਗਤੀ ਨਾਲ ਵਧ ਰਿਹਾ। ਸੋ ਪਹਿਲਾ ਜਿਹੜਾ ਨਾਅਰਾ ਮੈਂ ਆਮ ਤੌਰ ਤੇ ਅਕਸਰ ਇਹ ਕਿਹਾ ਕਰਦਾ, ਜਿੱਥੋਂ ਤੱਕ ਮੈਨੂੰ ਸਮਝ ਆ ਮੈਂ ਪੜਿਆ, ਵੀ ਵੋਟ ਹਮਾਰਾ ਰਾਜ ਤੁਮਾਰਾ ਨਹੀਂ ਚਲੇਗਾ, ਨਹੀਂ ਚਲੇਗਾ। ਫਸਟ ਜਿਹੜਾ ਨਾਅਰਾ ਇਹ ਜਿਹੜਾ ਅੱਜ ਵੀ ਮਤਲਬ ਇਹ ਬਹੁਜਨ ਸਮਾਜ ਪਾਰਟੀ ਚ ਗੂੰਜਦਾ। ਸੋ ਵੋਟ ਹਮਾਰਾ ਰਾਜ ਤੁਮਾਰਾ ਨਹੀਂ ਚਲੇਗਾ, ਨਹੀਂ ਚਲੇ, ਕਿਉਂਕਿ ਵੋਟ ਦੀ ਜਿਹੜੀ ਕੀਮਤ ਆ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ, ਵੋਟ ਦਾ ਅਧਿਕਾਰ ਤਾਂ ਬਾਬਾ ਸਾਹਿਬ ਡਾਕਟਰ ਦੇ ਗਏ, ਤੇ ਵੋਟ ਦੀ ਕੀਮਤ ਆ ਜਾਂ ਵੋਟ ਨੂੰ ਸਹੀ ਜਿਹੜਾ ਇਸਤੇਮਾਲ ਕਰਨਾ ਆ ਉਹ ਸਭ ਕਾਂਸ਼ੀ ਰਾਮ ਨੇ ਦੱਸਿਆ ਜੀ। ਸੋ ਵੋਟ ਦਾ ਜਿਹੜਾ ਸਾਨੂੰ ਬਾਬਾ ਸਾਹਿਬ ਸਿਧਾਂਤ ਦੇ ਗਏ, ਸਿਧਾਂਤ ਨੂੰ ਇੰਪਲੀਮੈਂਟ ਜਿਹੜਾ ਕੀਤਾ ਗਰਾਊਂਡ ਤੇ ਸਭ ਕਾਂਸ਼ੀ ਰਾਮ ਨੇ। ਸੋ ਵੋਟ ਹਮਾਰਾ ਰਾਜ ਤੁਮਾਰਾ ਨਹੀਂ ਚਲੇਗਾ, ਨਹੀਂ ਚਲੇਗਾ, ਤੇ ਨਾਲ ਦੀ ਨਾਲ ਜਿਹੜੀ ਸਾਨੂੰ ਇੱਕ ਰਿਜ਼ਰਵੇਸ਼ਨ ਦੇ ਗਿਆ ਸੀ ਆਰਕਸ਼ਣ ਜਿਹਨੂੰ ਆਪਾਂ ਕਹਿੰਦੇ ਆ, ਸੋ ਉੱਥੇ ਵੀ ਸਭ ਕਾਂਸ਼ੀ ਰਾਮ ਕਹਿੰਦੇ ਵੀ ਇਹ ਆਰਕਸ਼ਣ ਸੇ ਲੈਂਗੇ SDM SP ਤੇ ਵੋਟ ਸੇ ਲਵਾਂਗੇ CM PM। ਮਤਲਬ ਜਿਹੜੀ ਵੋਟਾਂ ਦੇ ਨਾਲ ਅਸੀਂ ਆਪਣਾ CM PM ਬਣਾਉਣਾ ਤੇ ਜਿਹੜੀਆਂ ਨੌਕਰੀਆਂ ਦੇ ਦੌਰਾਨ ਅਸੀਂ STM SSP ਤੇ SP ਬਣਾਉਣੇ ਆ। ਸੋ ਇਹ ਦੋ ਨਾਰੇ। ਫਿਰ ਉਸ ਤੋਂ ਬਾਅਦ ਹੋਰ ਅੱਗੇ ਚੱਲ ਕੇ ਬੜੇ ਸਾਰੇ ਨਾਰੇ ਹੈਗੇ ਆ। ਫਿਰ ਜਿਨ੍ਹਾਂ ਦੀ ਸੰਖਿਆ ਭਾਰੀ ਉਨੀ ਉਹਨਾਂ ਦੀ ਹਿੱਸੇਦਾਰੀ, ਇਹ ਵੀ ਨਾਰਾ ਜਿਹੜਾ ਆਮ ਲੋਕਾਂ ਦੀ ਭਾਸ਼ਾ ਦੱਸੇਗਾ, ਇਹ ਵੀ ਜਿਹੜਾ ਇਹ ਨਾਰਾ ਆ ਇਹ ਵੀ ਲੋਕਾਂ 'ਚ ਗੂੰਜਿਆ। ਫਿਰ ਨਾਲ ਦੀ ਨਾਲ ਸਾਹਿਬ ਕਾਂਸ਼ੀ ਰਾਮ ਨੇ ਜਦੋਂ ਮਹਾਰਾਸ਼ਟਰ 'ਚ ਕੰਮ ਕੀਤਾ, ਸੋ ਇੱਕ ਦੋ ਕਮੈਂਟ 'ਚ ਮੈਂ ਇਹ ਆਪਣਾ ਸਵਾਲ ਕਲੀਅਰ ਕਰ ਦਾਂਗਾ। ਇਹ ਜਦੋਂ 1964 ਤੱਕ ਤਾਂ RPI 'ਚ ਹੀ ਕੰਮ ਕੀਤਾ, ਕਿਉਂਕਿ RPI ਜਿਹੜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਬਣਾਤੀ ਸੀ ਰੂਪਰੇਖਾ, ਪਰ ਉਹ 1971 ਤੱਕ ਇੱਥੋਂ ਤੱਕ ਵਿਕ ਗਈ ਸੀਗੀ ਵੀ ਮਤਲਬ ਸਾਰੇ ਦੇ ਸਾਰੇ ਕਾਂਗਰਸ ਜਾਂ ਗਾਂਧੀਵਾਦੀ ਪਾਰਟੀਆਂ 'ਚ ਸ਼ਾਮਲ ਹੋ ਗਏ ਸੀ। 1971 ਦੀ ਜਿਹੜੀ ਇੱਕ ਉਦਾਹਰਨ ਆਮ ਤੌਰ ਤੇ ਚੌਹਾਨ ਸਾਹਿਬ ਵੀ ਕਈ ਵਾਰੀ ਜ਼ਿਕਰ ਕਰਦੇ ਹੁੰਦੇ ਇਤਿਹਾਸ ਵਿੱਚ, ਉਹ ਬਹੁਤ ਇੱਕ ਵੱਡੀ ਘਟਨਾ ਜਿੱਥੋਂ ਇਹਨਾਂ ਨੇ ਮਹਾਰਾਸ਼ਟਰ ਛੱਡਿਆ। ਸੋ 1971 ਦੇ ਵਿੱਚ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਤੇ ਕਾਂਗਰਸ ਦਾ ਸਮਝੌਤਾ ਹੁੰਦਾ ਜਾਂ RPI ਦਾ ਤੇ ਕਾਂਗਰਸ ਪਾਰਟੀ ਦਾ, ਸੋ ਉਹ ਇੱਕ ਸਮਝੌਤਾ ਸੀ। ਉੱਥੋਂ ਦੇ ਜਿਹੜੇ ਲੋਕ ਜ਼ਿਆਦਾਤਰ ਕਾਂਗਰਸੀ ਇਹ ਕਹਿੰਦੇ ਸੀਗੇ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਤੇ ਮਹਾਤਮਾ ਗਾਂਧੀ ਜੀਂਦੇ ਜੀ ਇੱਕ ਨਹੀਂ ਹੋਏ, ਇਹਨਾਂ ਦਾ ਕਦੇ ਸਮਝੌਤਾ ਨਹੀਂ ਹੋਇਆ। ਇਹਨਾਂ ਦੇ ਜਾਣ ਤੋਂ ਬਾਅਦ ਇੱਕ ਬਹੁਤ ਵੱਡਾ ਸਮਝੌਤਾ ਹੋਇਆ 1971 ਚ ਗਾੜਗਾਏ ਧਰਮਸ਼ਾਲਾ ਦੇ ਵਿੱਚ। ਉੱਥੇ ਮਤਲਬ ਦੇਖੋ ਕੀ ਸਮਝੌਤਾ ਹੁੰਦਾ ਵੀ 521 ਸੀਟਾਂ ਦੇ ਵਿੱਚੋਂ ਇੱਕ ਸੀਟ ਜਿਹੜੀ ਪਾਰਲੀਮੈਂਟ ਦੀ ਮਿਲਦੀ ਆ ਅੰਬੇਡਕਰਾਈਸਟ ਨੂੰ, ਤੇ ਬਾਕੀ 520 ਸੀਟਾਂ ਜਿਹੜੀਆਂ ਗਾਂਧੀਅਨ ਪਾਰਟੀ ਕਾਂਗਰਸ ਨੂੰ ਮਿਲਦੀਆਂ। ਉਸ ਜਿਹੜੀ ਘਟਨਾ ਤੋਂ ਸਭ ਕਾਂਸ਼ੀ ਰਾਮ ਨੂੰ ਬਹੁਤ ਜ਼ਿਆਦਾ ਡੂੰਘੀ ਸੱਟ ਵੱਜੀ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਅੰਦੋਲਨ ਇੰਨਾ ਘਟ ਗਿਆ ਜਾਂ ਇੰਨਾ ਜਿਹੜਾ ਖਤਮ ਹੋ ਗਿਆ ਵੀ ਸਿਰ ਇੱਕ ਸੀਟ ਸਾਰੇ ਭਾਰਤ ਦੇ ਵਿੱਚ, ਬਾਕੀ 520 ਉਹਨਾਂ ਦੀ। ਸੋ ਮਹਾਰਾਸ਼ਟਰ ਦੇ ਲੋਕਾਂ ਨੂੰ ਜਦੋਂ ਇਹਨਾਂ ਨੇ ਗੱਲ ਸਮਝਾਈ, ਉਹ ਕਹਿੰਦੇ ਸੀਗੇ ਵੀ ਅੰਦੋਲਨ ਵਧੀਆ ਇਹ ਬਈ ਅੰਦੋਲਨ ਵਧੀਆ, ਸੁਣਨ ਨੂੰ, ਗੱਲ ਕਰਨ ਨੂੰ, ਪੜ੍ਹਨ ਨੂੰ ਵਧੀਆ ਲੱਗਦਾ, ਪਰ ਇਹਦੇ ਨਾਲ ਅਸੀਂ MLA MP ਨਹੀਂ ਬਣ ਸਕਦੇ। ਤੇ ਸਾਹਿਬ ਕਾਂਸ਼ੀ ਰਾਮ ਜੀ ਕਹਿੰਦੇ ਸੀ ਵੀ ਇਸ ਅੰਦੋਲਨ ਨਾਲ ਤੁਸੀਂ MLA MP ਬਣ ਸਕਦੇ, ਆਪਣੀਆਂ ਸਰਕਾਰਾਂ ਵੀ ਬਣਾ ਸਕਦੇ ਆ, ਇਹਦੇ ਤੇ ਕੰਮ ਕਰੋ। ਸੋ 1971 ਤੋਂ ਬਾਅਦ ਫਿਰ ਇਹ ਛੱਡ ਕੇ ਮਹਾਰਾਸ਼ਟਰ ਨੂੰ ਫਿਰ UP 'ਚ ਆ ਜਾਂਦੇ ਤੇ ਨਾਲ ਦੀ ਨਾਲ 3 ਫੋਟੋ ਲੈ ਕੇ ਆਉਂਦੇ ਆ। ਸੋ 3 ਫੋਟੋ ਲੈ ਕੇ ਆਉਂਦੇ, 3 ਮਹਾਂਪੁਰਸ਼ਾਂ ਨੂੰ ਲੈ ਕੇ ਆਉਂਦੇ। ਉਹ ਕਿਹੜੇ ਮਹਾਂਪੁਰਸ਼ ਆ? ਉਹ ਹੈਗੇ ਆ ਫੂਲੇ, ਸ਼ਾਹੂ ਤੇ ਅੰਬੇਡਕਰ। ਮਤਲਬ ਇੱਕ ਪੱਗ ਵਾਲਾ, ਇੱਕ ਟੋਪੀ ਵਾਲਾ ਤੇ ਇੱਕ ਟਾਈ ਵਾਲਾ। ਉਹ ਤਿੰਨਾਂ ਮਹਾਂਪੁਰਸ਼ਾਂ ਨੂੰ UP ਦੇ ਵਿੱਚ ਜਦੋਂ ਲੈ ਕੇ ਆਉਂਦੇ ਤੇ ਬਹੁਤ ਲੰਬਾ ਸਮਾਂ ਉੱਥੇ ਕੰਮ ਕਰਦੇ। ਬੜੀ ਦੇਰ ਬਾਅਦ ਲੋਕਾਂ ਨੂੰ ਗੱਲ ਇਸ ਚੀਜ਼ ਦੀ ਸਮਝ ਲੱਗਦੀ ਵੀ ਜਿਹੜਾ ਇਹ ਟੋਪੀ ਵਾਲਾ ਤੇ ਪਗੜੀ ਵਾਲਾ ਤੇ ਟਾਈ ਵਾਲਾ ਬਾਬਾ ਕੌਣ ਹੈ। ਤਿੰਨਾਂ ਬਾਬਿਆਂ ਨੂੰ ਲੈ ਕੇ ਜਦੋਂ ਉਹਨਾਂ ਦੀ ਵਿਚਾਰਧਾਰਾ ਦੇ ਕੰਮ ਕਰਦੇ, ਫਿਰ UP ਦੇ ਵਿੱਚ ਜਿਹੜੀ ਇਹ ਸ਼ੁਰੂਆਤ ਕਰਦੇ ਆ। ਫਿਰ ਉਸ ਤੋਂ ਬਾਅਦ ਇਹ ਸਾਰੀ ਰੂਪਰੇਖਾ ਤੋਂ ਬਾਅਦ ਜਦੋਂ ਸਮਾਜ ਤਿਆਰ ਹੁੰਦਾ, ਫਿਰ ਆਪਣਾ ਇੱਕ ਰਾਜਨੀਤਿਕ ਪਲੇਟਫਾਰਮ ਲਾਂਚ ਕਰਦੇ ਜੀ। ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਤੇ ਉਸ ਦੇ ਨਾਲ ਜਿਸ ਤਰ੍ਹਾਂ ਜਖੂ ਸਾਹਿਬ ਅਸੀਂ ਮਾਨਵੀय ਬਾਬੂ ਕਾਂਸ਼ੀ ਰਾਮ ਜੀ ਦੇ ਟਾਰਗੇਟਸ, ਉਹਨਾਂ ਦੀਆਂ
ਸਥਿਤੀਆਂ ਤੇ ਉਹਨਾਂ ਨੇ ਕਿਸ ਤਰ੍ਹਾਂ ਦਾ ਉਪਦੇਸ਼, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਮਹਾਰਾਸ਼ਟਰ ਨੂੰ ਛੱਡ ਕੇ ਤੇ ਯੂਪੀ ਦੇ ਵਿੱਚ ਆ ਗਏ ਜੀ, ਤੇ ਯੂਪੀ ਦੇ ਵਿੱਚ ਆ ਕੇ ਬਹੁਤ ਸਾਰਾ ਕੰਮ ਉਹਨਾਂ ਨੇ ਕੀਤਾ ਤੇ ਯੂਪੀ ਦੇ ਵਿੱਚ ਉਹਦਾ ਸਾਨੂੰ ਰਿਜ਼ਲਟ ਵੀ ਮਿਲਿਆ ਕਿ ਕਿਸ ਤਰ੍ਹਾਂ ਬਾਬੂ ਕਾਂਸ਼ੀ ਰਾਮ ਜੀ ਨੇ 4 ਵਾਰ ਭੈਣ ਮਾਇਆਵਤੀ ਜੀ ਉੱਥੇ ਦੇ ਮੰਤਰੀ ਵੀ ਬਣ ਕੇ ਦਿਖਾ ਦਿੱਤਾ। ਤੇ ਸਾਡੇ ਨਾਲ ਇੱਕ ਕਾਲਰ ਜੁੜੇ ਹਨ, ਜਰੂਰ ਉਹਨਾਂ ਨੂੰ ਵੀ ਸ਼ਾਮਲ ਕਰਨਾ ਚਾਹਾਂਗੇ। ਨਮੋ ਬੁੱਧਾ, ਜੈ ਭੀਮ ਜੀ, ਲੋਟਸ ਟੀਵੀ ਤੇ ਸਵਾਗਤ ਹੈ। ਨਮੋ ਬੁੱਧਾ, ਜੈ ਭੀਮ ਜੀ। ਹਾਂਜੀ ਹਾਂਜੀ, ਨਮੋ ਬੁੱਧਾ, ਜੈ ਭੀਮ ਜੀ। ਨਮੋ ਬੁੱਧਾ, ਜੈ ਭੀਮ ਸਿੱਧੂ ਸਾਹਿਬ। ਹਾਂਜੀ ਜੀ, ਮੈਂ ਤੁਹਾਡਾ ਥੋੜਾ ਸਮਾਂ ਲੈਣਾ, ਲੇਖਰਾ ਜੱਖੂ ਜੀ, ਔਰ ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਆ। ਬਹੁਤ ਬਹੁਤ ਵੈਲਕਮ ਹੈ ਜੀ ਤੁਹਾਡਾ ਲੋਟਸ ਟੀਵੀ ਤੇ। ਹਾਂਜੀ ਜੀ, ਮੈਨੂੰ ਤੁਹਾਡੀ ਆਵਾਜ਼ ਘੱਟ ਆ ਰਹੀ ਹੈ, ਪਰ ਚਲੋ ਮੈਂ ਆਪਣੀ ਗੱਲ ਰੱਖਦਾ ਆ। ਠੀਕ ਜੀ। ਮਾਨਵਰ ਕਾਂਸ਼ੀ ਰਾਮ ਜੀ ਨੇ ਇੱਕ ਨਾਰਾ ਦਿੱਤਾ ਸੀਗਾ ਕਿ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਹਮਾਰੀ ਹੈ। ਜੀ ਜੀ, ਉਹ ਨਾਰੇ ਦੇ ਉੱਤੇ ਜਦੋਂ ਉਹਨਾਂ ਨੇ ਨਾਰਾ ਦਿੱਤਾ, ਉਸ ਨਾਰੇ ਦੇ ਉੱਤੇ ਉਹਨਾਂ ਨੇ ਪਹਿਰਾ ਵੀ ਦਿੱਤਾ। ਜਦੋਂ, ਕਿਉਂਕਿ ਸਮਾਂ ਘੱਟ ਕਰਕੇ ਮੈਂ ਸ਼ਾਰਟ ਵਿੱਚ ਗੱਲ ਰੱਖਾਂਗਾ, 1995 ਵਿੱਚ ਜਦੋਂ ਭੈਣ ਮਾਇਆਵਤੀ ਜੀ ਨੂੰ ਮੁੱਖ ਮੰਤਰੀ ਬਣਾਇਆ ਗਿਆ, ਉਸ ਵੇਲੇ ਮਾਨਵਰ ਕਾਂਸ਼ੀ ਰਾਮ ਜੀ ਨੇ ਮਾਇਆਵਤੀ ਨੇ ਇਹ ਕਿਹਾ ਸੀਗਾ ਕਿ ਹੁਣ ਤੂੰ ਆਪਣਾ ਨਾਰਾ ਬਦਲ। ਜੀ, ਪਹਿਲਾ ਨਾਰਾ ਸੀਗਾ ਕਿ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਹਮਾਰੀ ਹੈ। ਹੁਣ ਫਿਰ ਨਾਰਾ ਬਦਲ ਕੇ ਇਹ ਕਿਹਾ ਗਿਆ ਕਿ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ तुम्हारी ਹੈ। ਉਹ ਨਾਰਾ ਇਸ ਲਈ ਬਦਲਿਆ ਸੀ, ਉਹਨਾਂ ਨੇ ਕਿਹਾ ਕਿ ਹੁਣ ਅਸੀਂ ਹੁਕਮਰਾਨ ਆ, ਹੁਕਮਰਾਨ ਦੂਸਰਿਆਂ ਨੂੰ ਦਿੰਦਾ ਆ, ਉਹ ਲੈਂਦਾ ਨਹੀਂ। ਉਹ ਜਦੋਂ ਅਸੀਂ ਹੁਕਮਰਾਨ ਬਣ ਗਏ, ਉਸ ਵੇਲੇ 2 ਲੱਖ ਏਕੜ ਜ਼ਮੀਨ ਉਹਨਾਂ ਬਹੁਜਨ ਲੋਕਾਂ ਨੂੰ ਉਹਨਾਂ ਨੇ ਵੰਡੀ ਸੀ। 3 ਏਕੜ ਇੱਕ ਪਰਿਵਾਰ ਨੂੰ ਜ਼ਮੀਨ ਦੇ ਕੇ 2 ਲੱਖ ਏਕੜ ਜ਼ਮੀਨ ਲੋਕਾਂ ਨੂੰ ਵੰਡੀ ਸੀਗੀ। ਮਾਨਵਰ ਕਾਂਸ਼ੀ ਰਾਮ ਜੀ ਦਾ ਮਕਸਦ ਸੀਗਾ ਆਪਣੇ ਸਮਾਜ ਨੂੰ ਉਹ ਕੁਦਰਤੀ ਸੋਰਸ ਜਿਹੜੇ ਹੈਗੇ ਆ, ਕੁਦਰਤੀ ਜ਼ਮੀਨਾਂ ਜਿਹੜੀਆਂ ਦੂਸਰੇ ਲੋਕ, ਸਮਾਜ ਦੇ ਲੋਕ ਜ਼ਮੀਨਾਂ ਲੈ ਕੇ ਬੈਠੇ ਆ, ਮੇਰੇ ਸਮਾਜ ਦੇ ਲੋਕ ਜਿਹੜੇ ਲਾਲ ਲਕੀਰ ਦੇ ਅੰਦਰ ਰਹਿੰਦੇ ਆ, ਮੈਂ ਆਪਣੇ ਸਮਾਜ ਨੂੰ ਉਹਨਾਂ ਕੁਦਰਤੀ ਸੋਰਸ ਦਾ ਮਾਲਕ ਬਣਾਉਣਾ ਆ। ਇਹ ਸੀ ਮਾਨਵਰ ਕਾਂਸ਼ੀ ਰਾਮ ਜੀ ਦਾ ਸੁਪਨਾ। ਇਸ ਕਰਕੇ ਉਹਨਾਂ 2 ਲੱਖ ਜ਼ਮੀਨ ਉਸ ਵੇਲੇ ਦਿੱਤੀ ਸੀ ਆਪਣੇ ਸਮਾਜ ਦੇ ਲੋਕਾਂ ਨੂੰ, ਤਾਂ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀਗਾ। ਤੋ ਤੁਹਾਡਾ ਸਮਾਂ ਹੋਰ ਜ਼ਿਆਦਾ, ਮੇਰੇ ਕੋਲ ਹੋਰ ਬਹੁਤ ਸਾਰੀਆਂ ਗੱਲਾਂ ਕਰਨੀਆਂ ਸੀਗੀਆਂ, ਪਰ ਸਮੇਂ ਦੀ ਘਾਟ ਕਰਕੇ ਮੈਂ ਜੱਖੂ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਮਾਫੀ ਮੰਗੂਗਾ ਕਿ ਮੈਂ ਤੁਹਾਡਾ ਸਮਾਂ ਲੈ ਕੇ ਆਇਆ। ਤਾਂ ਅੱਗੇ ਤੁਸੀਂ ਆਪਣੀ ਗੱਲ ਜਾਰੀ ਰੱਖੋ। ਮੈਂ ਇੰਨਾ ਕੁ ਸੰਦੇਸ਼ ਦੇਣਾ ਚਾਹੁੰਦਾ ਸੀ। ਔਰ ਫਕੀਰ ਚੰਦ ਚੌਹਾਨ ਜੀ ਸਾਡੇ ਆਈਡੀਅਲ ਹਨ, ਉਹ ਵੀ ਬਹੁਤ ਵਧੀਆ ਗੱਲ ਆਪਣੀ ਰੱਖ ਕੇ ਗਏ ਆ। ਤਾਂ ਤੁਹਾਨੂੰ ਸੁਣਨ ਵਾਲਿਆਂ ਨੂੰ, ਤੁਹਾਨੂੰ ਸਾਰੇ ਸਾਥੀਆਂ ਨੂੰ ਜੈ ਭੀਮ, ਨਮੋ ਬੁੱਧਾ ਜੀ। ਠੀਕ ਹੈ ਜੀ ਸਿੱਧੂ ਸਾਹਿਬ, ਬਹੁਤ ਥੋੜੇ ਸਮੇਂ ਦੇ ਵਿੱਚ ਤੁਸੀਂ ਆਪਣੀ ਬਹੁਤ ਹੀ ਮਹੱਤਵਪੂਰਨ ਗੱਲ ਜਿਹੜੀ ਹੈ ਸਾਂਝੀ ਕੀਤੀ ਹੈ। ਬਹੁਤ ਬਹੁਤ ਧੰਨਵਾਦ। ਤੇ ਜਿਸ ਤਰ੍ਹਾਂ ਜੱਖੂ ਸਾਹਿਬ ਸਮਾਂ ਜੋ ਆਪਣੇ ਕੋਲ ਘੱਟ ਹੈ ਤੇ ਉਸ ਦੇ ਕਰਕੇ ਹੀ ਗੱਲਬਾਤ ਚਾੜੇ, ਜਿਸ ਤਰ੍ਹਾਂ ਉਹਨਾਂ ਨੇ ਵੀ ਦੱਸਿਆ ਕਿ ਭੈਣ ਮਾਇਆਵਤੀ ਜੀ ਜਦੋਂ ਮੁੱਖ ਮੰਤਰੀ ਬਣੇ ਤੇ ਕਿਸ ਤਰ੍ਹਾਂ ਨਾਰੇ ਨੇ ਵੀ ਕੰਮ ਕੀਤਾ ਤੇ ਕਿਸ ਤਰ੍ਹਾਂ ਨਾਰੇ ਨੂੰ ਬਦਲਿਆ ਵੀ ਗਿਆ। ਅਸੀਂ ਇਸੇ ਬਲ ਨੂੰ ਜ਼ਰੂਰ ਜੁੜਾਂਗੇ, ਅੱਗੇ ਦੇ ਬਲ ਨੂੰ ਵੀ। ਤੇ ਸਾਡੇ ਬਹੁਤ ਸਾਰੇ ਦਰਸ਼ਕ ਸਾਡੇ ਨਾਲ ਜੁੜੇ ਹਨ, ਉਹਨਾਂ ਨੂੰ ਸ਼ਾਮਲ ਕਰਨਾ ਵੀ ਸਾਡੇ ਆ ਜੋ ਡਿਊਟੀ ਬਣਦੀ ਹੈ। ਸਾਡੇ ਵਿੱਚ ਸਾਡੇ ਬਹੁਤ ਹੀ ਆਦਰਣੀय ਸਪੋਰਟਿਵ ਸਾਥੀ ਸੋਹਣ ਲਾਲ ਸਾਂਪਲਾ ਜੀ ਜਰਮਨੀ ਤੋਂ ਉਹ ਵੀ ਦੇਖ ਰਹੇ ਹਨ ਤੇ ਸੂਚਨਾ ਦੇ ਰਹੇ ਹਨ ਕਿ ਜਰਮਨ ਬੌਧ ਯੂਨੀਵਰਸਿਟੀ ਵਿੱਚ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਜੋ 11 ਤੋਂ 4 ਵਜੇ ਤੱਕ ਮਨਾਇਆ ਜਾਏਗਾ। ਜੋ ਵੀ ਸਾਥੀ ਸਾਡੇ ਸੁਣ ਰਹੇ ਹਨ ਤੇ ਉਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਪਹੁੰਚਣਾ ਤੇ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਸਫਲ ਬਣਾਉਣਾ। ਤੇ ਸਾਪਲਾ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਹਮੇਸ਼ਾ ਹੀ ਜੁੜਦੇ ਹਨ। ਬਲਦੇਵ ਰਾਜ ਰਾਲ ਜੀ ਪ੍ਰੋਗਰਾਮ ਬਹੁਤ ਅੱਛਾ ਹੈ। ਫਕੀਰ ਚੰਦ ਚੌਹਾਨ ਜੀ ਨੂੰ ਉਹਨਾਂ ਦੇ ਜਨਮ ਦਿਨ ਤੇ ਵਧਾਈਆਂ ਦੇ ਰਹੇ ਹਨ ਤੇ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਵੀ ਵਧਾਈਆਂ ਦੇ ਰਹੇ ਹਨ। ਸੋਢੀ ਜੱਸਲ ਜੀ, ਕਮਲੇਸ਼ ਜੱਸਲ ਜੀ ਵੀ ਫਕੀਰ ਚੰਦ ਚੌਹਾਨ ਜੀ ਤੇ ਇਹਨਾਂ ਨੂੰ ਵਧਾਈਆਂ ਦੇ ਰਹੇ ਹਨ। ਸੋਹਣ ਲਾਲ ਰੱਤੂ ਜੀ, ਮਿੰਦੋ ਰੱਤੂ ਜੀ, ਆਂਟੀ ਨੰਜੋ ਰੱਤੂ ਜੀ, ਰਮੇਸ਼ ਦਾਦਰਾ ਜੀ, ਮੀਨਾ ਦਾਦਰਾ ਜੀ ਬਰਮਿੰਘਮ ਤੋਂ, ਹਰਮੇਸ਼ ਜੱਸਲ ਜੀ, ਸਤਿਆ ਜੱਸਲ ਜੀ, ਬਲਦੇਵ ਬਿਰਦੀ ਜੀ, ਨੰਜੋ ਬਿਰਦੀ ਜੀ, ਇਹ ਸਾਰੇ ਹੀ ਸਾਥੀ ਸਾਡੇ ਬਾਬੂ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਵਧਾਈਆਂ ਦੇ ਰਹੇ ਹਨ ਤੇ ਫਕੀਰ ਚੰਦ ਚੌਹਾਨ ਜੀ ਨੂੰ ਵੀ। ਨਾਲ ਸਾਡੇ ਪ੍ਰੇਮ ਚਮਕੀਲਾ ਜੀ, ਨਰਿੰਦਰ ਕੌਰ ਜੀ, ਸ਼ਾਮ ਲਾਲ ਕੈਂਥ ਜੀ, ਹੰਸਰਾਜ ਮੈਮੀ ਜੀ, ਪਾਲੋ ਮੈਮੀ ਜੀ, ਵੌਇਸ ਆਫ ਇੰਡੀਆ ਦੀਵਾਨ ਮਹਿੰਦਰਾ ਜੀ, ਇਹ ਵੀ ਸਾਰਿਆਂ ਨੂੰ ਵਧਾਈਆਂ ਦੇ ਰਹੇ ਹਨ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਸਾਡੇ ਵਾਈਸ ਪ੍ਰਧਾਨ ਮਦਨ ਚੌਹਾਨ ਜੀ ਤੇ ਨਿਰਮਲਾ ਚੌਹਾਨ ਜੀ ਵੀ ਅੱਜ ਸਾਰੇ ਸੰਸਾਰ ਨੂੰ ਵਧਾਈਆਂ ਦੇ ਰਹੇ ਹਨ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਫਕੀਰ ਚੰਦ ਚੌਹਾਨ ਜੀ ਨੂੰ ਵੀ ਵਧਾਈਆਂ ਦੇ ਰਹੇ ਹਨ। ਕਮੇਟੀ ਦੇ ਮੈਂਬਰ ਤਰਸੇਮ ਕੌਲ ਜੀ, ਗੁਰਦੇਵੋ ਕੌਲ ਜੀ ਇੰਡੀਆ ਤੋਂ ਆਏ ਹਨ। ਸਾਰੇ ਹੀ ਉਹਨਾਂ ਦਾ ਵੀ ਵੈਲਕਮ ਕਰਦੇ ਹਾਂ ਕਿ ਕਾਫੀ ਹਫ਼ਤਿਆਂ ਤੋਂ ਬਾਅਦ ਇੰਡੀਆ ਤੋਂ ਠੀਕ ਠਾਕ ਵਾਪਸ ਆਏ ਹਨ ਤੇ ਉਹ ਵੀ ਪ੍ਰੋਗਰਾਮ ਦੀ ਸ਼ਲਾਘਾ ਕਰ ਰਹੇ ਹਨ ਤੇ ਸਾਰਿਆਂ ਨੂੰ ਬਾਬੂ ਜੀ ਦੇ ਜਨਮ ਦਿਨ ਤੇ ਵਧਾਈਆਂ ਦੇ ਰਹੇ ਹਨ। ਸਾਡੇ ਭੈਣ ਜੀ ਉਰਮਿਲਾ ਕੌਲ ਜੀ ਇੰਡੀਆ ਤੋਂ, ਉਹ ਵੀ ਆਏ ਹਨ ਠੀਕ ਠਾਕ ਤੇ ਉਹ ਵੀ ਪ੍ਰੋਗਰਾਮ ਦੇਖ ਰਹੇ ਹਨ, ਸ਼ਲਾਘਾ ਕਰ ਰਹੇ ਹਨ। ਉਹਨਾਂ ਦਾ ਵੀ ਵੈਲਕਮ ਵੀ ਕਰਦੇ ਹਾਂ ਤੇ ਧੰਨਵਾਦ ਵੀ ਕਰਦੇ ਹਾਂ। ਸਾਡੇ ਕਮੇਟੀ ਦੇ ਮੈਂਬਰ ਦੀਸ਼ ਦਾਦਰਾ ਜੀ, ਸਮਿਤਰੀ ਦਾਦਰਾ ਜੀ ਪ੍ਰੋਗਰਾਮ ਦੇਖ ਰਹੇ ਹਨ ਤੇ ਸ਼ਲਾਘਾ ਕਰ ਰਹੇ ਹਨ। ਮੂਰਤੀ ਮਲ ਜੀ, ਭਜਨੋ ਮਲ ਜੀ, ਉਹ ਵੀ ਅਮਰੀਕਾ ਤੋਂ ਵਾਪਸ ਆਏ ਹਨ, ਉਹਨਾਂ ਦਾ ਵੀ ਵੈਲਕਮ ਕਰਦੇ ਹਾਂ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਡੈਲਨਸਟਨ ਤੋਂ ਰਾਮਪਾਲ ਝੱਲੀ ਜੀ, ਮਿੰਦੋ ਜੀ, ਉਹ ਵੀ ਪ੍ਰੋਗਰਾਮ ਦੇਖ ਰਹੇ ਹਨ। ਸਾਡੇ ਬਹੁਤ ਹੀ ਅੱਛੇ ਸਪੋਰਟਿਵ KL ਚਾਂਦ ਜੀ, ਬੈਡਫੋਰਡ ਤੋਂ, ਸਾਰਿਆਂ ਨੂੰ
ਬਾਬੂ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ ਤੇ ਨਾਲ ਫਕੀਰ ਚੰਦ ਚੌਹਾਨ ਜੀ ਨੂੰ ਵੀ ਵਧਾਈਆਂ ਦੇ ਰਹੇ ਹਨ ਤੇ ਫਕੀਰ ਚੰਦ ਚੌਹਾਨ ਜੀ, ਗੁਰਦੇਵੋ ਚੌਹਾਨ ਜੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਸਾਰੇ ਸੰਸਾਰ ਨੂੰ ਵਧਾਈਆਂ ਦੇ ਰਹੇ ਹਨ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਲਾਈਵ ਕਾਲ ਤੇ ਵੀ ਜੁੜੇ ਸਨ ਸਾਡੇ ਬਹੁਤ ਹੀ ਆਦਰਨੀय ਬਜ਼ੁਰਗ ਸਾਥੀ ਪ੍ਰਕਾਸ਼ ਮੰਮਨ ਜੀ, ਸਵਰਨ ਕੌਰ ਜੀ ਪ੍ਰੋਗਰਾਮ ਦੀ ਸ਼ਲਾਘਾ ਕਰ ਰਹੇ ਹਨ। ਫਕੀਰ ਚੰਦ ਚੌਹਾਨ ਜੀ ਨੂੰ ਵੀ ਵਧਾਈਆਂ ਦੇ ਰਹੇ ਹਨ ਤੇ ਨਾਲ ਬਾਬੂ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਵਧਾਈਆਂ ਦੇ ਰਹੇ ਹਨ। ਤੋ ਜੋ ਜਰਮਨੀ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਬੌਨ ਯੂਨੀਵਰਸਿਟੀ 15 ਅਪ੍ਰੈਲ 23 ਨੂੰ 11 ਤੋਂ 4 ਵਜੇ ਤੱਕ ਤੇ ਬਾਬਾ ਸਾਹਿਬ ਦੇ ਜਨਮ ਦਿਨ ਤੇ ਸਾਰਿਆਂ ਨੂੰ ਹੀ ਸਾਡੇ ਸਾਂਪਲਾ ਸਾਹਿਬ ਸੱਦਾ ਦਿੰਦੇ ਹਨ ਤੇ ਕਹਿੰਦੇ ਹਨ ਉੱਥੇ ਜੋ ਵੀ ਜਾ ਸਕਦਾ ਹੈ ਪ੍ਰੋਗਰਾਮ ਵਿੱਚ ਜ਼ਰੂਰ ਉੱਥੇ ਸ਼ਾਮਲ ਹੋਣਾ ਚਾਹੀਦਾ ਹੈ। ਇਸ ਦੇ ਨਾਲ ਸਾਡੇ ਇੱਕ ਹੋਰ ਕਾਲਰ ਜੁੜੇ ਹਨ, ਉਹਨਾਂ ਨੂੰ ਵੀ ਜ਼ਰੂਰ ਸ਼ਾਮਲ ਕਰਦੇ ਹਾਂ। ਹਾਂਜੀ, ਨਮੋ ਬੁੱਧਾ ਜੈ ਭੀਮ ਜੀ। ਨਮੋ ਬੁੱਧਾ ਜੈ ਭੀਮ ਜੀ, ਲੋਟਸ ਟੀਵੀ ਤੇ ਸਵਾਗਤ ਹੈ। ਜੈ ਭੀਮ ਜੀ, ਮੈਂ ਬਲਵੰਤ ਸਰੋਏ ਬੋਲ ਰਿਹਾ। ਹਾਂਜੀ, ਨਮੋ ਬੁੱਧਾ ਜੈ ਭੀਮ ਜੀ ਸਰੋਏ ਸਾਹਿਬ। ਹਾਂਜੀ, ਮੈਂ 1 ਮਿੰਟ ਦੇ ਪਿੱਛੇ ਹੀ ਸਮਾਪਤ ਕਰ ਦਾਂਗਾ ਸਾਰਾ ਕੁਝ। ਪਹਿਲੀ ਤਾਂ ਗੱਲ ਹੈ ਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਬਹੁਤ ਵਧਾਈ ਹੋਵੇ, ਕਿਉਂਕਿ ਉਹ ਜਦੋਂ ਆਏ ਇੱਥੇ ਤੇ ਸਾਡੇ ਕੋਲ ਰਹਿ ਕੇ ਗਏ ਤੇ ਬੁੱਧ ਵਿਹਾਰ ਵਿੱਚ 43 ਵਿੱਚ ਤੇ ਮੈਨੂੰ ਮੌਕਾ ਮਿਲਿਆ ਕਈਆਂ ਜਗ੍ਹਾ ਤੇ ਉਹਨਾਂ ਦੇ ਨਾਲ ਜਾਣ ਦਾ। ਦੇਖੋ ਵੈਨ ਸੀਗੀ ਤਾਂ ਉਹਨਾਂ ਨੇ ਇੱਕ ਗੱਲ ਜਿਹੜੀ ਆ ਉਹ ਦੱਸੀ ਸੀਗੀ, ਭਾਵੇਂ ਉਹ ਥੋੜੀ ਜਿਹੀ ਕੜਵੀ ਸੀਗੀ, ਉਹ ਇਹ ਸੀ ਤੇ ਉਹਨਾਂ ਨੇ ਆਪਣੀ ਸਪੀਚ ਵਿੱਚ ਇੱਥੇ ਪ੍ਰਵਚਨ ਜਦੋਂ ਦਿੱਤੇ ਉਹਨਾਂ ਨੇ ਬੁੱਧ ਵਿਹਾਰ ਵਿੱਚ, ਉਹਨਾਂ ਨੇ ਦੱਸਿਆ ਕਿ ਜਿਹੜੇ ਲੋਕਾਂ ਨੂੰ ਕੋਈ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਸੀ, ਉਹ ਸਾਰਾ ਕੁਝ ਵੀ 2 ਰੁਪਏ ਦਾ ਰਾਈਫਲ ਦਾ ਲਾਇਸੈਂਸ ਉਡਾ ਕੇ ਦਿੱਤਾ ਸੀਗਾ। ਤਾਂ ਜਦੋਂ ਉਹ ਮੁੰਡਿਆਂ ਨੇ ਰਫਲਾਂ ਲੈ ਲਈਆਂ ਔਰ 2 ਰੁਪਏ ਦੇ ਲਾਇਸੈਂਸ ਲੈ ਲਏ ਤਾਂ ਉਹ ਗਾਲ ਵਿੱਚ ਰਫਲ ਪਾ ਕੇ ਬਾਹਰ ਜਾਂਦੇ ਸੀ ਤਾਂ ਉਹਨਾਂ ਦੀ ਸ਼ਾਨ ਬਣ ਗਈ ਸੀਗੀ। ਬਹੁਤ ਧੰਨਵਾਦ। ਮੈਂ ਐਸੇ ਮਹਾਪੁਰਸ਼ ਨੂੰ ਪਹਿਲੀ ਵਾਰੀ ਸਾਰੇ ਜੀਵਨ 'ਚ ਦੇਖਿਆ ਔਰ ਸ਼ਾਹ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਬੋਲਦੇ ਸੀਗੇ ਤਾਂ ਬਾਬਾ ਸਾਹਿਬ ਵੀ ਜਿਹਦੇ ਬੋਲਦੇ ਹੁੰਦੇ ਆ ਇਸੇ ਤਰ੍ਹਾਂ ਲੱਗਦੇ ਸਨ। ਬਹੁਤ ਧੰਨਵਾਦ ਸਰੋਇਆ ਸਾਹਿਬ, ਤੁਸੀਂ ਆਪਣਾ ਤਜਰਬਾ ਸਾਂਝਾ ਕੀਤਾ ਕਿ ਤੁਸੀਂ ਬਾਬੂ ਕਾਂਸ਼ੀ ਰਾਮ ਜੀ ਨੂੰ ਪਰਸਨਲ ਮਿਲੇ ਤੇ ਉਹਨਾਂ ਦੀ ਕੰਪਨੀ ਕੀਤੀ, ਸੰਗਤ ਕੀਤੀ ਤੇ ਉਹਨਾਂ ਦੇ ਨਾਲ ਉਹਨਾਂ ਦੀਆਂ ਸਾਂਝਾਂ ਵੀ ਉਹਨਾਂ ਦੇ ਜੀਵਨ ਦੀਆਂ ਪਾਈਆਂ। ਤੋ ਜਿਸ ਤਰ੍ਹਾਂ ਜਖੂ ਸਾਹਿਬ ਸਮਾਂ ਬਹੁਤ ਤੇਜ਼ੀ ਨਾਲ ਜਾ ਰਿਹਾ ਹੈ, ਤੋ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਬਾਬੂ ਕਾਂਸ਼ੀ ਰਾਮ ਜੀ ਆਪਣੇ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਸਾਰੇ ਹੀ ਜੀਵਨ ਸੰਘਰਸ਼ ਵਿੱਚੋਂ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਬਾਬਾ ਸਾਹਿਬ ਦੀਆਂ ਕਿਤਾਬਾਂ ਬਾਰ-ਬਾਰ ਪੜ੍ਹਦੇ ਸੀਗੇ ਤੇ ਮਾਤਾ ਪੁੱਛਦੀ ਸੀ ਵੀ ਕੀ ਲੱਭਦੇ ਆ, ਤੇ ਉਹਨਾਂ ਨੇ ਇੱਕੋ ਹੀ ਗੱਲ ਕਹੀ ਕਿ ਉਹਦੇ ਵਿੱਚੋਂ ਉਹ ਜੋ ਰਿਆਸਤ ਦੀ ਕੁੰਜੀ ਲੱਭ ਰਹੇ ਹਨ ਕਿ ਕਿਸ ਤਰ੍ਹਾਂ ਅਸੀਂ ਆਪਣੀ ਰਿਆਸਤ, ਤੇ ਜਿਸ ਤਰ੍ਹਾਂ BSP ਜੋ ਹੈ ਬਾਬੂ ਕਾਂਸ਼ੀ ਰਾਮ ਜੀ ਦੇ ਸੰਘਰਸ਼ਾਂ ਦੇ ਨਾਲ ਉਹ 4 ਵਾਰੀ ਮੁੱਖ ਮੰਤਰੀ ਭੈਣ ਮਾਇਆਵਤੀ ਜੀ ਨੂੰ ਬਣਾਇਆ, ਯੂਪੀ ਦੇ ਵਿੱਚ ਅਸੀਂ ਕਾਫੀ ਵਾਰ ਜਿੱਤੇ। ਤੋ ਹੁਣ ਜੋ ਪਿਛਲੇ ਸਾਲਾਂ ਦਾ ਜੋ ਅਸੀਂ ਇਤਿਹਾਸ ਦੇਖਦੇ ਹਾਂ, ਪਿਛਲੇ ਸਾਲਾਂ ਦਾ ਤਜਰਬਾ ਹੈ, ਕੀ ਤੁਸੀਂ ਬਹੁਜਨ ਸਮਾਜ ਦੇ BSP ਦਾ ਕੋਈ ਜੋ ਭਵਿੱਖ ਹੈ ਤੁਸੀਂ ਕਿਸ ਤਰ੍ਹਾਂ ਦਾ ਦੇਖਦੇ ਹੋ? ਕੀ ਇਹ ਇਸ ਤਰ੍ਹਾਂ ਦੀ ਜੋ ਅਸੀਂ ਸਾਡੇ ਸਮਾਜ ਦੀ ਲੋੜ ਹੈ ਜੀ ਰਿਆਸਤ ਦੀ, ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜਿਹੜੀ ਆਪਣੇ 14 ਅਪ੍ਰੈਲ 1984 ਨੂੰ ਸਾਹਿਬ ਕਾਂਸ਼ੀ ਰਾਮ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕਰਦੇ ਆ ਜੀ। ਸੋ ਉਹਦੇ ਜਨਰਲ ਸੈਕਟਰੀ ਜਿਹੜੇ ਆ ਭੈਣ ਕੁਮਾਰੀ ਮਾਇਆਵਤੀ ਜੀ ਬਣਦੇ ਆ ਔਰ 2001 ਚ ਆਪਣੇ ਜੀਂਦੇ ਜੀ ਉਹਨਾਂ ਨੂੰ ਉੱਤਰਾਧਿਕਾਰੀ ਵੀ ਆਪਣੇ ਨਿਯੁਕਤ ਕਰ ਦਿੰਦੇ ਆ। ਸੋ ਨਾਲ ਦੀ ਨਾਲ ਬਹੁਤ ਸਾਰੇ ਜਿਹੜੇ ਬਾਬਾ ਸਾਹਿਬ ਦੇ ਨਾਲ ਰਿਲੇਟਡ ਜਿਹੜੀਆਂ ਗੱਲਾਂ ਸੀਗੀਆਂ ਉਹ ਵੀ ਸਮਾਜ ਦੇ ਵਿੱਚ ਕਰਦੇ ਰਹਿੰਦੇ ਸੀ। ਜਿੱਦਾਂ ਆਮ ਤੌਰ ਤੇ ਆਪਾਂ ਦੇਖਦੇ ਕਿ ਉਹਨਾਂ ਨੂੰ ਲੋਕੀ ਕਹਿੰਦੇ ਸੀ ਬਾਬਾ ਸਾਹਿਬ ਦਾ ਦੂਸਰਾ ਨਾਮ ਕਾਂਸ਼ੀ ਰਾਮ, ਬਾਬਾ ਸਾਹਿਬ ਤੇਰਾ ਮਿਸ਼ਨ ਅਧੂਰਾ, ਕਾਂਸ਼ੀ ਰਾਮ ਕਰੂਗਾ ਪੂਰਾ। ਸੋ ਉਹ ਸਾਰੀਆਂ ਗੱਲਾਂ ਨੂੰ ਮਤਲਬ ਉਹਨਾਂ ਨੇ ਪੂਰਾ ਵੀ ਕੀਤਾ, ਜਿਸ ਤਰ੍ਹਾਂ ਸਿੱਧੂ ਸਾਹਿਬ ਦੱਸ ਕੇ ਗਏ। ਸੋ ਸਮੇਂ ਦੀ ਘਾਟ ਕਰਕੇ ਆਪਾਂ ਜੋ ਜਿਹੜੇ ਕੰਮ ਕੀਤੇ ਉਹਨਾਂ ਨੇ ਆਪਾਂ ਉਹਨਾਂ ਦਾ ਜ਼ਿਕਰ ਜ਼ਰੂਰ ਕਰਨਾ ਸੀਗਾ, ਸੋ ਸਮਾਂ ਜ਼ਿਆਦਾ ਹੈ ਨਹੀਂਗਾ। ਸੋ ਜਿਹੜੀ ਬਹੁਜਨ ਸਮਾਜ ਪਾਰਟੀ 1984 ਚ ਬਣਾਈ ਔਰ 1996 ਤੱਕ, ਇਹ ਸਮਝੋ ਵੀ ਸਿਰਫ 11 ਸਾਲਾਂ ਚ 95 ਦੇ ਵਿੱਚ ਭਾਰਤ ਦੀ ਜਿਹੜੀ ਆ ਰਾਸ਼ਟਰੀ ਪਾਰਟੀ ਬਣ ਗਈ ਔਰ ਪਹਿਲੀ ਵਾਰੀ ਜਦੋਂ ਰਾਸ਼ਟਰੀ ਪਾਰਟੀ ਬਣੀ ਇਹ 7ਵੇਂ ਨੰਬਰ ਸੀਗੀ ਤੇ ਅੱਜ ਜਿਹੜੀ ਭਾਰਤ ਦੀ ਹੈ 3ਰੇ ਨੰਬਰ ਦੀ ਸਭ ਤੋਂ ਵੱਡੀ ਜਿਹੜੀ ਪਾਰਟੀ ਬਹੁਜਨ ਸਮਾਜ ਦੀ ਆਪਾਂ ਜਿਹਨੂੰ ਕਹਿੰਦੇ ਆ ਉਹ ਆ ਬਹੁਜਨ ਸਮਾਜ ਪਾਰਟੀ। ਔਰ ਇਹਦਾ ਫਿਊਚਰ ਜਿਹੜਾ ਆ ਮਤਲਬ ਉਹ ਸਭ ਕਾਂਸ਼ੀ ਰਾਮ ਨੇ ਪਹਿਲਾਂ ਹੀ ਲੋਕਾਂ ਨੂੰ ਇਹ ਦੱਸ ਦਿੱਤਾ ਸੀਗਾ ਔਰ ਜਾਗਰਤ ਕਰਤਾ ਵੀ ਜਿੱਥੇ ਇੱਕ ਬਹੁਜਨ ਸਮਾਜ ਪਾਰਟੀ ਰਾਜਨੀਤਿਕ ਪਾਰਟੀ ਆ ਉੱਥੇ ਇੱਕ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਦਾ ਅੰਦੋਲਨ ਵੀ ਆ ਜੀ।
ਉਹ ਸਾਨੂੰ ਮਤਲਬ ਜਿਹੜੀਆਂ ਅਕਸਰ ਉਹ ਕਿਹਾ ਕਰਦੇ ਸੀਗੇ ਕੇਡਰ ਕੈਂਪਾਂ 'ਚ ਜਾਂ ਕਿਤਾਬਾਂ 'ਚ ਅੱਜ ਵੀ ਆਪਾਂ ਪੜ੍ਹਦੇ ਹਾਂ ਬਈ ਸਤਾ ਆਵੇ ਨਾ ਆਵੇ, ਸਾਡਾ ਰਾਜ ਭਾਵੇਂ ਹੋਵੇ ਨਾ ਹੋਵੇ, ਜਾਂ MLA MP ਬਣ ਨਾ ਬਣ, ਜਿਹੜਾ ਅੰਦੋਲਨ ਹੈ ਇਹ ਚੱਲਦਾ ਰਹਿਣਾ ਚਾਹੀਦਾ ਆ। ਸੋ ਜਿਨ੍ਹਾਂ ਰਾਜਨੀਤਿਕ ਪਾਰਟੀ ਦੀਆਂ ਸਮਾਜਿਕ ਜੜ੍ਹਾਂ ਮਜ਼ਬੂਤ ਨਹੀਂ ਹੁੰਦੀਆਂ ਉਹ ਰਾਜਨੀਤਿਕ ਪਾਰਟੀਆਂ ਕਦੇ ਕਾਮਯਾਬ ਨਹੀਂ ਹੁੰਦੀਆਂ। ਸੋ ਬਹੁਜਨ ਸਮਾਜ ਪਾਰਟੀ ਇੱਕ ਮਿਸ਼ਨ ਆ, ਇੱਕ ਅੰਦੋਲਨ ਆ। ਸਭ ਤੋਂ ਪਹਿਲਾਂ ਇੱਕ ਅੰਦੋਲਨ ਮਿਸ਼ਨ ਆ, ਫਿਰ ਰਾਜਨੀਤਿਕ ਪਾਰਟੀ ਆ। ਸੋ ਰਾਜਨੀਤਿਕ ਪਾਰਟੀ ਹੋਣ ਦੇ ਨਾਤੇ ਇਹ ਆਮ ਤੌਰ ਤੇ ਲੋਕਾਂ 'ਚ ਜਿਹੜੀ ਧਾਰਨਾ ਬਣੀ ਆ ਕਿ ਉਹ ਜਿੱਤਣਾ ਜ਼ਰੂਰੀ ਆ, ਕਿਉਂਕਿ ਜਿਹੜੀ ਰਾਜਨੀਤਿਕ ਪਾਰਟੀ ਜਿੱਤਦੀ ਨਹੀਂ ਤੇ ਲੋਕਾਂ ਦੀ ਜਿਹੜੀ ਨਿਗਾਹ 'ਚ ਜਾਂ ਜ਼ਮਾਨ ਤੋਂ ਘਟ ਜਾਂਦੀ ਆ, ਉਹਦਾ ਮੀਡੀਆ ਵੀ ਉਹਦੀ ਗੱਲ ਨਹੀਂ ਕਰਦਾ। ਸੋ ਕਿਤੇ ਨਾ ਕਿਤੇ ਸਾਡੇ 'ਚ ਵੀ ਇਹ ਕਮੀ ਰਹੀ ਕਿ ਅਸੀਂ ਬਹੁਜਨ ਸਮਾਜ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਸਹੀ ਤਰ੍ਹਾਂ ਪ੍ਰਚਾਰ ਤੇ ਪ੍ਰਸਾਰ ਨਹੀਂ ਕਰ ਸਕੇ। ਸੋ ਇਹ ਇੱਕ ਅੰਦੋਲਨ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਚੰਗਾ ਭਵਿੱਖ ਆ। ਸੋ ਇਹਦੇ ਨਾਲ ਦੀ ਨਾਲ ਦੇਖੋ ਭੈਣ ਕੁਮਾਰੀ ਮਾਇਆਵਤੀ 21 ਸਾਲ ਦੀ ਉਮਰ 'ਚ 1977 'ਚ ਆਪਣਾ ਘਰ ਛੱਡ ਦਿੰਦੇ ਆ, ਸਰਕਾਰੀ ਨੌਕਰੀ ਕਰਦੇ, ਔਰ ਉਸ ਸਮੇਂ ਜਦ ਕਿ ਔਰਤਾਂ ਨੂੰ ਬਾਹਰ ਨਿਕਲਣਾ ਕਿੰਨਾ ਮੁਸ਼ਕਲ ਸੀ, ਉਹ ਵੀ ਯੂਪੀ ਵਰਗੀਆਂ ਸਟੇਟਾਂ ਦੇ ਵਿੱਚ ਜਿੱਥੇ ਹੋਰ ਵੀ ਜ਼ਿਆਦਾ ਬ੍ਰਾਹਮਣਵਾਦ ਮਨੂਵਾਦ ਦਾ ਬੋਲਬਾਲਾ ਸੀ। ਸੋ 21 ਸਾਲ ਦੀ ਉਮਰ ਦੇ ਵਿੱਚ ਘਰ ਛੱਡ ਦਿੰਦੇ। ਉਹ ਸਾਹਿਬ ਕਾਂਚੀ ਰਾਮ ਨਾਲ ਬਾਮਸੇਫ DS4 ਤੇ ਬਹੁਜਨ ਸਮਾਜ ਪਾਰਟੀ 'ਚ ਲੰਬਾ ਸਮਾਂ ਕੰਮ ਕਰਦੇ ਸੀ। ਸੋ ਨਾਲ ਦੀ ਨਾਲ ਮੈਂ ਤਾਂ ਇੱਕ ਗੱਲ ਇਹ ਵੀ ਜੋੜਦਾ ਹੁੰਨਾ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਕੋਲ ਜਿਹੜੇ 2 ਕੰਮ ਰਹਿ ਗਏ, ਪਰ ਬਾਬਾ ਸਾਹਿਬ ਨੇ ਆਪਣੀ ਜ਼ਿੰਦਗੀ 'ਚ ਬਹੁਤ ਸਾਰੇ ਕੰਮ ਕੀਤੇ, ਬਹੁਤ ਸਾਰੇ ਹੱਕ ਅਧਿਕਾਰ ਲੈਤੇ, ਪਰ ਸਮਾਂ ਉਹਨਾਂ ਦੇ ਕੋਲ ਅਚਾਨਕ ਮਤਲਬ ਮੌਤ ਆਉਣ ਕਰਕੇ ਜਾਂ ਦੁਨੀਆ ਤੋਂ ਜਾਣ ਕਰਕੇ ਜਿਹੜੇ 2 ਕੰਮ ਰਹਿ ਗਏ ਸੀ ਸਭ ਕਾਂਚੀ ਰਾਮ ਨੇ ਆਪਣੇ ਜੀਂਦੇ ਜੀ ਉਹ ਵੀ ਪੂਰੇ ਕਰ ਦਿੱਤੇ। ਆਪਣਾ ਇੱਕ ਉੱਤਰਾਧਿਕਾਰੀ ਵੀ ਬਣਾਤਾ ਤੇ ਇੱਕ ਜਿਸ ਬਾਬਾ ਸਾਹਿਬ ਡਾਕਟਰ ਅੰਬੇਡਕਰ ਆਪਣੇ ਸਮੇਂ 'ਚ ਸਿਰਫ ਕਿਤਾਬਾਂ ਇਕੱਠੀਆਂ ਕਰਦੇ ਰਹੇ ਔਰ ਕਹਿੰਦੇ ਵੀ ਰਹੇ ਵੀ ਮੇਰਾ ਸਾਰਾ ਸਮਾਂ ਲੋਕਾਂ ਨੂੰ ਹੱਕ ਅਧਿਕਾਰ ਦਿਵਾਉਣ 'ਚ ਬੀਤ ਗਿਆ ਤੇ ਜਿਨ੍ਹਾਂ ਲੋਕਾਂ ਨੂੰ ਮੈਂ ਇੰਨੇ ਹੱਕ ਅਧਿਕਾਰ ਦਿੱਤੇ ਅੱਜ ਉਹ ਲੋਕ ਮੈਨੂੰ ਕਲਰਕਾਂ ਦੀ ਭੀੜ ਨਜ਼ਰ ਆ ਰਹੀ ਆ। ਸੋ ਉਸ ਅਲਾਮੇ ਨੂੰ ਸਭ ਕਾਂਚੀ ਰਾਮ ਨੇ ਲਾਇਆ, ਉਹਨਾਂ ਕਲਰਕਾਂ ਨੂੰ ਬਾਬੂਆਂ ਨੂੰ ਇਕੱਠਾ ਕਰਕੇ ਬਾਮਸੇ ਬਣਾਈ, ਫਿਰ DS4 ਬਣਾਈ, ਫਿਰ ਬਹੁਜਨ ਸਮਾਜ ਪਾਰਟੀ ਬਣਾਈ। ਜਿਹੜੀ ਸਤਾ ਦੇਖੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਸੰਵਿਧਾਨ ਦੇ ਨਿਰਮਾਤਾ ਔਰ ਭਾਰਤ ਦੇ ਜਿਹੜੇ ਇੱਕ ਨਿਰਮਾਤਾ ਜਿਨ੍ਹਾਂ ਨੇ ਇੱਕ ਭਾਰਤ ਨੂੰ ਬਿਲਡ ਕੀਤਾ, ਨੈਸ਼ਨਲ ਬਿਲਡਰ ਹੋਣ ਦੇ ਨਾਤੇ ਆਪ ਉਸ ਸਮੇਂ ਜਿੱਤ ਨਹੀਂ ਸਕੇ। ਸੋ 1952 ਦੀ 1954 ਦੀ ਜਿਹੜੀ ਆ ਜਿਮਨੀ ਚੋਣ ਤੇ 52 ਦੀਆਂ ਜਿਹੜੀਆਂ ਚੋਣਾਂ 'ਚ ਜਿੱਤ ਨਹੀਂ ਸਕੇ। ਸੋ ਐਡਾ ਵੱਡਾ ਜਿਹੜਾ ਮਤਲਬ ਫਿਲਾਸਫਰ ਹੈ ਜਿਹਨੇ ਸੰਵਿਧਾਨ ਦੀ ਰਚਨਾ ਕੀਤੀ ਹੋਵੇ, ਉਹ ਵੀ ਦੇਖੋ ਪੂਨਾ ਪੈਕਟ ਦੀ ਗੱਲ ਕਰਕੇ ਕਿ ਚੌਹਾਨ ਸਾਹਿਬ ਗਏ ਜਿਹਦਾ ਕਰਕੇ ਇਤਿਹਾਰ ਦਿਵਸ ਮਨਾਇਆ ਸੀ, ਉਸ ਸਮੇਂ 'ਚ ਪੂਨਾ ਪੈਕਟ ਦੀ ਬਦੌਲਤ ਹੀ ਸਭ ਕਾਂਚੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਵੀ ਹਾਰ ਗਏ, ਆਪਣੇ ਸਮੇਂ 'ਚ ਵੀ ਨਹੀਂ ਜਿੱਤ ਸਕੇ। ਸੋ ਘਾਟਾਂ ਨੂੰ ਵੀ ਸਾਹਿਬ ਕਾਂਚੀ ਰਾਮ ਨੇ ਪੂਰਾ ਕੀਤਾ ਔਰ ਆਪਣੇ ਜੀਂਦੇ ਜੀ ਜਿਹੜੀ ਸੱਤਾ ਵੀ ਬਹੁਜਨ ਸਮਾਜ ਨੂੰ ਜਿਹੜੀ ਦਵਾ ਕੇ ਗਏ। ਬਹੁਤ ਬਹੁਤ ਧੰਨਵਾਦ ਜਖੂ ਸਾਹਿਬ। ਸਮਾਂ ਮਿਲਿਆ ਤਾਂ ਫਿਰ ਵੀ ਜ਼ਰੂਰ ਇਸ ਵਿਸ਼ੇ ਤੇ ਚਰਚਾ ਜ਼ਰੂਰ ਹੁੰਦੀ ਰਹੇਗੀ, ਹਮੇਸ਼ਾ ਚਰਚਾ ਹੁੰਦੀ ਹੈ, ਪਰ ਸਮੇਂ ਦੀ ਘਾਟ ਹੈ ਕਿ ਉਹਨਾਂ ਦੀਆਂ ਜ਼ਿੰਦਗੀ ਦੇ ਇੰਨੇ ਫਲਸਫੇ ਹਨ ਕਿ ਸਾਨੂੰ ਸਮਾਂ ਜੋ ਥੋੜ ਜਾਂਦਾ ਹੈ। ਤੋ ਇਸੇ ਤਰ੍ਹਾਂ ਅਗਲੀ ਵਾਰੀ ਵੀ ਆਪ ਨਾਲ ਕੋਈ ਨਾ ਕੋਈ ਚਰਚਾ ਲੈ ਕੇ ਜੁੜਾਂਗੇ। ਤੋ ਜਿਸ ਤਰ੍ਹਾਂ ਬਾਬੂ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਅੱਜ ਸਾਰੇ ਸੰਸਾਰ ਭਰ ਨੂੰ ਵਧਾਈਆਂ ਦਿੱਤੀਆਂ ਹਨ। ਇਸ ਹਫ਼ਤੇ 15 ਮਾਰਚ ਨੂੰ ਜਨਮ ਦਿਨ ਸੀ ਤੇ ਇਹੀ ਕਰਕੇ ਉਹਨਾਂ ਦੇ ਜਨਮ ਦਿਨ ਤੇ ਯਾਦ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਕੰਮਾਂ ਨੂੰ ਯਾਦ ਕੀਤਾ ਜਾਵੇ ਤੇ ਉਹਨਾਂ ਦੇ ਕਹੇ ਨੂੰ ਯਾਦ ਕੀਤਾ ਜਾਵੇ ਤੇ ਉਹਨਾਂ ਦੇ ਮਿਸ਼ਨ ਨੂੰ ਯਾਦ ਕੀਤਾ ਜਾਵੇ ਤੇ ਕੀ ਸਾਨੂੰ ਉਹ ਕਹਿ ਕੇ ਗਏ ਹਨ, ਕਿਸ ਤਰ੍ਹਾਂ ਅਸੀਂ ਆਪਣੇ ਸਮਾਜ ਦੀ ਦੇਖ ਰੇਖ ਕਰਨੀ ਹੈ, ਕਿਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਕਰਨੀ ਹੈ। ਇਹੀ ਦੁਆਰਾ ਸਾਰਿਆਂ ਤੱਕ ਗੱਲ ਪਹੁੰਚਾਉਣ ਦਾ ਸਾਡਾ ਸੁਨੇਹਾ ਸੀ। ਤੋ ਸਮਾਂ ਜੋ ਇਜਾਜ਼ਤ ਨਹੀਂ ਦੇ ਰਿਹਾ ਹੈ, ਆਪ ਸਭ ਤੋਂ ਇਜਾਜ਼ਤ ਲੈਂਦੇ ਹੋਏ ਨਮੋ ਬੁੱਧਾ, ਜੈ ਭੀਮ, ਜੈ ਭਾਰਤ।